ये कहना कि ट्रैक क्लियर है गुड्स ट्रेन के लिए, ऐसी परिस्थिति में भारतीय रेल कहीं भी ट्रेन नहीं चलाती है। जो तक जिम्मेवारी संभाली हुई है ना रेलवे की, वो रेलवे की जिम्मेवारी निभाउण तक सीमित रख। तू इस झगड़े विच ना पै, तू उपरों आर्डर आऊगा चला दी, नहीं आऊगा आर्डर तू ना चलाई। तू कौन होना रोकने? तू तो साडा नौकर है, तू साडे पैसे की तनख्वाह रखना है, सानू तू हुर्र करदा है। तू शर्म कर माड़ी मोटी। ਪਹਿਲਾਂ ਕਿਸਾਨਾਂ ਨੂੰ ਕਿਹਾ ਗਿਆ ਕਿ ਰੇਲਵੇ ਟਰੈਕ ਖਾਲੀ ਕਰ ਦਿਓ, ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ। ਫਿਰ ਕਿਹਾ ਗਿਆ ਰੇਲਵੇ ਪਲੇਟਫਾਰਮ ਖਾਲੀ ਕਰ ਦਿੱਤੋ, ਪਲੇਟਫਾਰਮ ਵੀ ਖਾਲੀ ਕਰ ਦਿੱਤੇ ਗਏ। ਹੁਣ ਕਹਿੰਦੇ ਜਗ੍ਹਾ ਤੋਂ ਬਾਹਰ ਚਲੇ ਜਾਓ। ਕੀ ਲੱਗਦਾ ਹੈ ਜਿਹੜਾ ਕਿਤੇ ਨਾ ਕਿਤੇ ਚਰਚਾ ਹੈ ਵੀ ਚੱਲ ਕਿਸਾਨਾਂ ਦੇ ਵਿੱਚ ਆ ਵੀ ਕਿਸਾਨਾਂ ਨੂੰ ਬਿਲਕੁਲ ਜਿਹੜੀ ਉਹਨਾਂ ਦੇ ਸਬਰ ਦੀ ਜਿਹੜੇ ਇਮਤਿਹਾਨ ਲਿਆ ਜਾ ਰਿਹਾ ਕਿ ਤੁਸੀਂ ਸਾਡਾ ਸਬਰ ਨਾ ਪਰਖੋ, ਇਹ ਨਾ ਹੋਵੇ ਕਿ ਤੁਹਾਡਾ ਦੇਸ਼ ਹੀ ਖਿੰਡ ਜਾਵੇ। ਇਹ ਸਬਰ ਦੇਖਦੇ ਆ ਵੀ ਇੰਨਾ ਲੰਬਾ ਸੰਘਰਸ਼ ਜ਼ਿਮੀਂਦਾਰਾਂ ਦਾ ਕਿਵੇਂ ਚੱਲ ਗਿਆ, ਇਹਨੂੰ ਕਿਹੜੇ ਤਰੀਕੇ ਨਾਲ ਤੋੜ ਦਈਏ। ਨੌਜਵਾਨ ਵੀ ਇਹੀ ਚਾਹੁੰਦੇ ਵੀ ਸਾਨੂੰ ਮਾੜਾ ਜਿਹਾ ਇਸ਼ਾਰਾ ਕਰੋ ਤੁਸੀਂ, ਪਰ ਅਸੀਂ ਉਹਨਾਂ ਨੂੰ ਕਹਿੰਦੇ ਵੀ ਸ਼ਾਂਤਮਈ ਢੰਗ ਦੇ ਨਾਲ ਇਹ ਕਰੀਏ। ਪਰ ਮੋਦੀ ਹੈ ਜਿਹੜਾ ਉਹ ਥੋੜ੍ਹਾ ਜਿਹਾ ਕਿ ਨਾ ਹਰ ਆਕੜ ਦੇ ਵਿੱਚ ਘੁੰਮ ਰਿਹਾ, ਉਹਦੀ ਆਕੜ ਆ ਜਿਹੜੀ ਉਹ ਫਿਰ ਦੂਰ ਕਰ ਦਿਆਂਗੇ। ਅਸੀਂ ਸਾਨੂੰ ਮਜਬੂਰ ਨਾ ਕਰੋ, ਅਸੀਂ ਥੋੜ੍ਹੇ ਦਾਣਾ ਪਾਣੀ ਬੰਦ ਕਰ ਦਈਏ ਸਾਰੇ ਹੀ। ਅਸੀਂ ਥੋੜ੍ਹੀ ਬਿਜਲੀ ਬੰਦ ਕਰਾਂਗੇ, ਥੋੜ੍ਹੇ ਪਾਣੀ ਬੰਦ ਕਰਾਂਗੇ, ਥੋੜ੍ਹੇ ਰਸਤੇ ਬੰਦ ਕਰਾਂਗੇ। ਤੁਸੀਂ ਬਿਜਲੀ ਕਿੱਥੋਂ ਬੰਦ ਕਰੋਗੇ? ਬਿਜਲੀ ਤਾਂ ਉਹਨਾਂ ਤੋਂ ਲੈ ਰਿਹਾ ਹੁਣ ਪੰਜਾਬ ਸਰਕਾਰ, ਉਹਨਾਂ ਤੋਂ ਖਰੀਦ ਰਹੀ ਕੇਂਦਰ ਤੋਂ। ਸਾਰੇ ਭਾਖੜੇ ਤੋਂ ਵੀ ਜਾਂਦੀ ਜੀ, ਫਿਰ ਉੱਥੇ ਨੂੰ ਅਸੀਂ ਜਾਣ ਨਹੀਂ ਦਊਂਗੇ। ਇੱਥੇ ਦੇ ਆਰ ਪਾਰ ਦੀ ਲੜਾਈ ਹੋ ਰਹੀ ਹੈ। 26-27 ਨੂੰ ਅਸੀਂ ਦਿੱਲੀ ਘੇਰਨੀ ਹੈ ਸਾਰੇ ਪਾਸਿਆਂ ਤੋਂ। ਉਸ ਤੋਂ ਬਾਅਦ ਅਗਰ ਸਾਨੂੰ ਇਹ ਬਾਰਡਰਾਂ 'ਤੇ ਰੋਕਦੀ ਹੈ ਤਾਂ ਅਸੀਂ ਬਾਰਡਰਾਂ 'ਤੇ ਹੀ ਪੱਕੇ ਧਰਨੇ ਲਾ ਕੇ ਬੈਠ ਜਾਣਾ ਹੈ। ਨਾ ਕੋਈ ਪੰਜਾਬ ਵਿੱਚ ਅਸੀਂ ਆਉਣ ਦੇਣਾ, ਨਾ ਪੰਜਾਬ ਤੋਂ ਬਾਹਰ ਜਾਣ ਦੇਣਾ। ਇੱਕ ਮਾਰਚ ਸ਼ੁਰੂ ਕਰਤੇ ਸਾਡੀ ਇਸ ਸ਼ਕਤੀ ਨੂੰ ਵੰਡਣ ਵਾਸਤੇ। ਹਾਸੋਹੀਣੀਆਂ ਗੱਲਾਂ ਕਰਦਾ, ਕਹਿੰਦਾ ਮਿਲਿਆ ਹੋਇਆ ਕੈਪਟਨ ਕੇਂਦਰ ਨਾਲ। ਉਹ ਕੰਜਰਾ, ਤੂੰ ਤੇਰਾ ਬਾਪ ਮਰਨ ਦੇ ਕਿਨਾਰੇ ਪਹੁੰਚ ਗਿਆ, ਕੇਂਦਰ ਨਾਲ ਮਿਲਿਆ ਹੋਇਆ। ਤੂੰ ਬੁੜਾ ਹੋ ਚਲਿਆ, ਤੂੰ ਵੀ ਕੇਂਦਰ ਨਾਲ ਮਿਲਿਆ ਹੋਇਆ। ਤੂੰ ਕਿਹੜੀਆਂ ਗੱਲਾਂ ਕਰਦਾ? ਛੱਜ ਤਾਂ ਬੋਲੇ, ਛਲ ਨਹੀਂ ਗਿਆ ਬੋਲੇ, ਜਿਹਦੇ 'ਚ 3600 ਵੇ ਹੈ। ਉਹ ਤੂੰ ਦੱਸ ਪਹਿਲਾਂ ਕਿਸਾਨਾਂ ਦਾ ਕਿਆ ਕਰਿਆ? ਤੂੰ ਤਾਂ ਸ਼ਰੀਕ ਬਣਿਆ ਹੋਇਆ। ਕਿ 22 ਦੀਆਂ ਚੋਣਾਂ ਦੇ ਵਿੱਚ ਕਿਸਾਨ ਜਿਹੜੇ ਹੈਗੇ ਆ ਇਸ ਮੁੱਦੇ ਨੂੰ ਯਾਦ ਰੱਖਣਗੇ, ਕਿਹੜੀ ਪਾਰਟੀ ਨਾਲ ਖੜੀ ਕਿਹੜੀ ਨਹੀਂ। ਇਸ ਮੁੱਦੇ ਨੂੰ ਲੈ ਕੇ ਜਿਹੜੀ ਹੈਗੀ ਚੋਣਾਂ ਦੇ ਵਿੱਚ ਵੋਟਿੰਗ ਹੋਊਗੀ। ਅਸੀਂ ਤਾਂ ਬਰਗਾੜੀ ਕਾਂਡ ਵੀ ਯਾਦ ਰੱਖਣਾ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਯਾਦ ਰੱਖਣੀ ਹੈ, ਅਸੀਂ ਰਾਮ ਰਹੀਮ ਨੂੰ ਦਿੱਤੀ ਹੋਈ ਵਰਦੀ ਵੀ ਯਾਦ ਰੱਖਣੀ ਹੈ, ਅਸੀਂ ਰਾਮ ਰਹੀਮ ਦੀ ਫਿਲਮ ਵਾਸਤੇ 90 ਲੱਖ ਰੁਪਇਆ ਸਾਡਾ 10-10 ਰੁਪਏ ਦਾਨ ਕਰੇ ਹੋਏ, ਗੋਲਕਾਂ 'ਚ ਪਾਏ ਹੋਏ ਖਰਚ ਕੀਤੇ, ਉਹ ਵੀ ਯਾਦ ਰੱਖਣੇ ਆ। ਅਸੀਂ ਇਹ ਵੀ ਯਾਦ ਰੱਖਣਾ ਕਿ ਸੁਖਬੀਰ ਬਾਦਲ ਸਾਡਾ ਸ਼ਰੀਕ ਬਣਿਆ ਤਾਂ ਸਾਡੇ ਬਰਾਬਰ ਉਹਨਾਂ ਡਰਾਮੇ ਕਰੇ ਸੀ, ਰੋਕਾਂ ਲਾਈਆਂ ਸੀ ਸਾਡੇ ਇਹਨੂੰ ਤਾਰਪੀਡੋ ਕਰਨ ਵਾਸਤੇ। ਅਸੀਂ ਇਹ ਵੀ ਯਾਦ ਰੱਖਣਾ ਕਿ ਇਸ ਜਿਹੜਾ ਕਾਲਾ ਕਾਨੂੰਨ ਸਾਡੇ ਖਿਲਾਫ ਆਇਆ ਉਹਦੀ ਇੱਕ ਵਾਰ ਮਦਦ ਕੀਤੀ ਗਈ ਹੈ ਸਾਰੀਆਂ ਪਾਰਟੀਆਂ ਵੱਲੋਂ, ਚਾਹੇ ਉਹ ਕਾਂਗਰਸ ਹੈ ਚਾਹੇ ਅਕਾਲੀ ਦਲ ਹੈ। ਅਸੀਂ ਇਹ ਵੀ ਯਾਦ ਰੱਖਣਾ ਕਿ 72 ਸਾਲ ਸਾਡੇ ਰਾਹੀਂ ਰਾਜ ਗੱਦੀ ਪਰ ਬੈਠ ਕੇ ਇਹਨਾਂ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ। ਸਾਨੂੰ ਉਜਾੜਿਆ, ਸਾਨੂੰ ਲੁੱਟਿਆ, ਸਾਨੂੰ ਖਾਧਾ। ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ, ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਸਾਰੇ ਕਾਨੂੰਨ ਵਾਪਸ ਲਓ, ਵਾਪਸ ਲਓ, ਵਾਪਸ ਲਓ, ਸਾਰੇ ਕਾਨੂੰਨ ਵਾਪਸ ਲਓ, ਵਾਪਸ ਲਓ, ਵਾਪਸ ਲਓ। ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਦਾ ਲਗਾਤਾਰ ਚੱਲ ਰਿਹਾ ਸੰਘਰਸ਼ ਹਾਲੇ ਵੀ ਜਾਰੀ ਹੈ ਤੇ ਕੇਂਦਰ ਸਰਕਾਰ ਵੱਲੋਂ ਜੋ ਪੰਜਾਬ ਨੂੰ ਆਉਣ ਵਾਲੀਆਂ ਮਾਲ ਗੱਡੀਆਂ ਰੋਕੀਆਂ ਗਈਆਂ ਨੇ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਕੋਲੇ ਦੀ ਵੀ ਲਗਾਤਾਰ ਘਾਟ ਹੋ ਚੁੱਕੀ ਹੈ। ਥਰਮਲ ਪਲਾਂਟ ਕਈ ਬੰਦ ਹੋ ਚੁੱਕੇ ਨੇ ਤੇ ਯੂਰੀਆ ਤੇ DAP ਨੂੰ ਲੈ ਕੇ ਵੀ ਜਿਹੜਾ ਹੈਗਾ ਸੰਕਟ ਖੜਾ ਹੋਣ ਦੀਆਂ ਤਿਆਰੀਆਂ ਦੇ ਵਿੱਚ ਹੈ। ਪੰਜਾਬ ਸਰਕਾਰ ਦੀ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਹੋਈ ਸੀ ਤੇ ਪੰਜਾਬ ਸਰਕਾਰ ਵੱਲੋਂ ਅਪੀਲ ਕੀਤੀ ਗਈ ਸੀ ਕਿ ਕਿਸਾਨਾਂ ਨੂੰ ਕਿਹਾ ਗਿਆ ਸੀਗਾ ਕਿ ਪਲੇਟਫਾਰਮ ਖਾਲੀ ਕਰ ਦਿੱਤੇ ਜਾਣ ਤਾਂ ਕਿ ਕੇਂਦਰ ਸਰਕਾਰ ਵੱਲੋਂ ਜੋ ਟ੍ਰੇਨਾਂ ਚਲਾਈਆਂ ਜਾਣੀਆਂ ਉਹ ਚਲਾਈਆਂ ਜਾ ਸਕਣ। ਜਿਸ ਦੇ ਬਾਅਦ ਕਿਸਾਨਾਂ ਵੱਲੋਂ ਪਲੇਟਫਾਰਮ ਖਾਲੀ ਕਰ ਦਿੱਤੇ ਗਏ ਨੇ ਤੇ ਪਾਰਕਿੰਗਾਂ ਦੇ ਵਿੱਚ ਆ ਗਏ ਰੇਲਵੇ ਸਟੇਸ਼ਨਾਂ ਦੀ। ਮੈਂ ਦਿਖਾਉਣਾ ਚਾਹਾਂਗਾ ਕਿ ਕੈਮਰਾਮੈਨ ਨੂੰ ਕਹਾਂਗਾ ਕਿ ਰੋਪੜ ਜਿਹੜਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਦੇ ਉੱਤੇ ਕਿਸਾਨ ਬੈਠੇ ਨੇ ਧਰਨਾ ਲਗਾ ਕੇ ਤੇ ਇੱਥੇ ਲਗਾਤਾਰ ਜਿਹੜਾ ਹੈਗਾ 2-3 ਦਿਨਾਂ ਤੋਂ ਇੱਥੇ ਬਾਹਰ ਆ ਚੁੱਕੇ। ਪਰੰਤੂ ਹੁਣ ਰੇਲਵੇ ਵਿਭਾਗ ਦਾ ਇੱਕ ਨਵਾਂ ਫਰਮਾਨ ਜੋ ਜਾਰੀ ਹੋਇਆ ਉਸ ਦੇ ਅਨੁਸਾਰ ਕਹਿਣਾ ਹੈ ਕਿ ਜਦੋਂ ਤੱਕ ਕਿਸਾਨ ਰੇਲਵੇ ਦੀ ਜਾਇਦਾਦ ਤੋਂ ਬਾਹਰ ਨਹੀਂ ਜਾਂਦੇ ਉਦੋਂ ਤੱਕ ਰੇਲ ਗੱਡੀਆਂ ਚਲਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੂਜੀ ਗੱਲ ਇਹ ਵੀ ਕਹੀ ਹੈ ਕਿ ਜਿਵੇਂ ਕਿਸਾਨਾਂ ਦੀ ਇਹ ਮੰਗ ਹੈ ਕਿ ਜਦੋਂ ਤੱਕ ਸਿਰਫ ਉਹ ਜਿਹੜੀ ਹੈਗੀ ਇਜਾਜ਼ਤ ਦਿੱਤੀ ਗਈ ਆ
ਮਾਲ ਗੱਡੀਆਂ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਸਵਾਰੀ ਗੱਡੀਆਂ ਦੇ ਉੱਤੇ ਰੋਕ ਲਗਾਈ ਗਈ ਹੈ, ਪਰੰਤੂ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਸਿਰਫ ਜਿਹੜੀਆਂ ਮਾਲ ਗੱਡੀਆਂ ਹੀ ਚੱਲਣ ਦੇਵਾਂਗੇ। ਰੇਲਵੇ ਵਿਭਾਗ ਦਾ ਕਹਿਣਾ ਹੈ ਕਿ ਮਾਲ ਗੱਡੀਆਂ ਨਹੀਂ, ਅਸੀਂ ਸਵਾਰੀ ਗੱਡੀਆਂ ਵੀ ਚਲਾਉਣੀਆਂ ਨੇ, ਇਸ ਦੇ ਲਈ ਸਾਨੂੰ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ ਹੈ। ਜਦੋਂ ਤੱਕ ਕਿਸਾਨ ਨਹੀਂ ਹਟਦੇ ਰੇਲਵੇ ਟਰੈਕਾਂ ਤੋਂ, ਉਦੋਂ ਤੱਕ ਜਿਹੜੀਆਂ ਰੇਲ ਗੱਡੀਆਂ ਨਹੀਂ ਚਲਾਈਆਂ ਜਾਵੇਗੀਆਂ। ਇਸ ਨੂੰ ਲੈ ਕੇ ਗੱਲ ਕਰਦੇ ਇੱਥੇ ਕਿਸਾਨ ਯੂਨੀਅਨ ਦੇ ਪ੍ਰਧਾਨ ਹੈ ਸਾਡੇ ਨਾਲ। ਜਸੜਾ ਜੀ, ਜੋ ਨਵਾਂ ਲੇਟੈਸਟ ਜਿਹੜਾ ਹੈਗਾ ਬਿਆਨ ਆਇਆ ਰੇਲਵੇ ਅਧਿਕਾਰੀਆਂ ਦਾ ਕਿ ਟ੍ਰੇਨਾਂ ਨਹੀਂ ਚਲਾਈਆਂ ਜਾਣੀਆਂ ਜਦੋਂ ਤੱਕ ਕਿਸਾਨ ਰੇਲਵੇ ਦੀ ਜਿਹੜੀ ਹੈਗੀ ਜਗ੍ਹਾ ਤੋਂ ਬਾਹਰ ਨਹੀਂ ਜਾਂਦੇ, ਤੇ ਰੇਲ ਗੱਡੀਆਂ ਦੋਨੋਂ ਚਲਾਈਆਂ ਜਾਣਗੀਆਂ, ਸਵਾਰੀ ਵੀ। ਕਿਵੇਂ ਦੇਖਦੇ ਹੋ ਇਸ ਬਿਆਨ ਨੂੰ? ਦੇਖੋ, ਮੈਂ ਉਸ ਚੇਅਰਮੈਨ ਨੂੰ ਦੱਸਣਾ ਚਾਹੁੰਦਾ ਵੀ ਹੱਥ ਠੋਕਾ ਨਾ ਬਾਹਣ ਕੇਂਦਰ ਸਰਕਾਰ ਦਾ। ਤੂੰ ਆਪਣੀ ਜਿਹੜੀ ਤੇਰੀ ਆਪਣੀ ਇਹ ਜੋ ਤੈਨੂੰ ਜ਼ਿੰਮੇਵਾਰੀ ਸੰਭਾਲੀ ਹੋਈ ਹੈ ਨਾ ਰੇਲਵੇ ਦੀ, ਉਹ ਰੇਲਵੇ ਦੀ ਜ਼ਿੰਮੇਵਾਰੀ ਨਿਭਾਉਣ ਤੱਕ ਸੀਮਿਤ ਰੱਖ। ਇਹ ਬਿਆਨ ਦੇਣ ਦਾ ਫਰਜ਼ ਆ ਮੰਤਰੀ ਦਾ। ਜਿਸ ਮੰਤਰੀ ਨੇ ਜਿਹਨਾਂ ਮੰਤਰੀਆਂ ਨੇ, ਜੇ ਸਰਕਾਰ ਨੇ ਸਾਡੇ ਖਿਲਾਫ ਕਾਲੇ ਕਾਨੂੰਨ ਬਣਾਏ ਆ, ਤੂੰ ਇਸ ਝਗੜੇ ਵਿੱਚ ਨਾ ਪੈ। ਤੂੰ ਉੱਪਰੋਂ ਆਰਡਰ ਆਊਗਾ ਚਲਾ ਦੀ, ਨਹੀਂ ਆਊਗਾ ਆਰਡਰ ਤੂੰ ਨਾ ਚਲਾਈ, ਪਰ ਤੂੰ ਆਪ ਨਾ ਕਹਿ ਵੀ ਅਸੀਂ ਤਾਂ ਚਲਾਵਾਂਗੇ। ਤੂੰ ਕੌਣ ਹੁੰਦਾ ਰੋਕਣਾ? ਤੂੰ ਤਾਂ ਸਾਡਾ ਨੌਕਰ ਹੈ, ਤੂੰ ਸਾਡੇ ਪੈਸੇ ਦੀ ਤਨਖਾਹ ਲੈਂਦਾ, ਸਾਨੂੰ ਤੂੰ ਹੁਰਰ ਕਰਦਾ। ਤੂੰ ਸ਼ਰਮ ਕਰ ਮਾੜੀ ਮੋਟੀ। ਮੈਂ ਬਾਕੀ ਦੂਜੀ ਗੱਲ ਦੱਸਦਾ ਇਹ ਵੀ ਜੇ ਇਹਨਾਂ ਨਾਲ ਚਲਾਉਣੀਆਂ ਗੱਡੀਆਂ ਚਲਾਉਣ, ਨਹੀਂ ਚਲਾਉਣੀਆਂ ਨਾ ਚਲਾਉਣ, ਸਾਨੂੰ ਇਹ ਸਰਕਾਰ ਦੀ ਕੋਈ ਪਰਵਾਹ ਨਹੀਂ। ਸਾਨੂੰ ਇਹਨਾਂ ਦੇ ਕੋਲੇ ਦੀ, ਸਾਨੂੰ ਇਹਨਾਂ ਦੇ ਡਾਏ ਦੀ, ਸਾਨੂੰ ਇਹਨਾਂ ਦੇ ਯੂਰੀਏ ਦੀ ਕੋਈ ਲੋੜ ਨਹੀਂ। ਅਸੀਂ ਪਹਿਲਿਓ ਸਥਿਤੀ ਬਹਾਲ ਕਰ ਦਾਂਗੇ ਜਿਵੇਂ ਪਹਿਲਾਂ ਟਰੈਕਾਂ 'ਤੇ ਬੈਠੇ ਸੀ, ਅਗਰ ਹੋਰ 2-4 ਦਿਨ ਰੇਲ ਗੱਡੀਆਂ ਨਾ ਚਲਾਈਆਂ। ਜਿਵੇਂ ਕਿ ਪਹਿਲਾਂ ਕਿਸਾਨਾਂ ਨੂੰ ਕਿਹਾ ਗਿਆ ਕਿ ਰੇਲਵੇ ਟਰੈਕ ਖਾਲੀ ਕਰ ਦਿਓ, ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ। ਫਿਰ ਕਿਹਾ ਗਿਆ ਰੇਲਵੇ ਪਲੇਟਫਾਰਮ ਖਾਲੀ ਕਰ ਦਿੱਤੋ, ਪਲੇਟਫਾਰਮ ਵੀ ਖਾਲੀ ਕਰ ਦਿੱਤੇ ਗਏ। ਹੁਣ ਕਹਿੰਦੇ ਜਗ੍ਹਾ ਤੋਂ ਬਾਹਰ ਚਲੇ ਜਾਓ। ਕੀ ਲੱਗਦਾ ਹੈ ਜਿਹੜਾ ਕਿਤੇ ਨਾ ਕਿਤੇ ਚਰਚਾ ਹੈ ਵੀ ਚੱਲ ਕਿਸਾਨਾਂ ਦੇ ਵਿੱਚ ਆ ਵੀ ਕਿਸਾਨਾਂ ਨੂੰ ਬਿਲਕੁਲ ਜਿਹੜੀ ਉਹਨਾਂ ਦੇ ਸਬਰ ਦੀ ਜਿਹੜੇ ਇਮਤਿਹਾਨ ਲਿਆ ਜਾ ਰਿਹਾ, ਕਿਵੇਂ ਦੇਖਦੇ ਹੋ? ਇਹ 'ਚ ਕੋਈ ਸ਼ੱਕ ਨਹੀਂ, ਸਾਡਾ ਸਬਰੇ ਪਰਖ ਰਹੇ ਆ। ਜਿੱਦਣ ਦੇ ਅਸੀਂ ਬੈਠੇ ਹਾਂ ਧਰਨਿਆਂ 'ਤੇ, ਅਸੀਂ ਉਦਣ ਦੀ ਕਹਿ ਰਹੇ ਹਾਂ ਕਿ ਤੁਸੀਂ ਸਾਡਾ ਸਬਰ ਨਾ ਪਰਖੋ। ਇਹ ਨਾ ਹੋਵੇ ਕਿ ਤੁਹਾਡਾ ਦੇਸ਼ ਹੀ ਖਿੰਡ ਜਾਵੇ, ਇਹ ਨਾ ਹੋਵੇ ਜਿਹੜਾ ਇਹ ਸੰਘਰਸ਼ ਸਾਡੇ ਹੱਥਾਂ ਤੋਂ, ਬਜ਼ੁਰਗਾਂ ਦੇ ਹੱਥਾਂ 'ਚੋਂ ਨਿਕਲ ਜਾਵੇ। ਸੋ ਮੈਂ ਬੇਨਤੀ ਕਰਦਾ, ਤੁਸੀਂ ਫੌਜ ਨੂੰ ਵੀ ਦਬਾ ਰਹੇ ਹੋ, ਤੁਸੀਂ ਕਿਸਾਨਾਂ ਨੂੰ ਵੀ ਦਬਾ ਰਹੇ ਹੋ, ਤੁਸੀਂ ਗਰੀਬ ਜਨਤਾ ਨੂੰ ਜਿਹਨਾਂ ਨੂੰ ਤੁਸੀਂ 2 ਰੁਪਏ ਕਿਲੋ ਰਾਸ਼ਨ ਦੇਣਾ ਉਹਨਾਂ ਨੂੰ ਵੀ ਦਬਾ ਰਹੇ ਹੋ, ਜਿਹਨਾਂ ਨੂੰ ਤੁਸੀਂ 20 ਰੁਪਏ ਕਿਲੋ ਦਾਲ ਦੇਣਾ ਉਹਨਾਂ ਨੂੰ ਵੀ ਦਬਾ ਰਹੇ ਹੋ। ਤੁਸੀਂ ਕਿਹੜਾ ਸਮੁਦਾਇ ਜਿਹਨੂੰ ਖੁਸ਼ ਰੱਖਿਆ? ਜਿਹੜੇ ਵਰਕਰ ਆ ਉਹ ਵੱਖਰੇ ਆ, ਨੌਕਰ ਆ ਵਿਚਾਰੇ ਉਹ ਵੱਖਰੇ ਰੋ ਰਹੇ ਆ। ਤੁਸੀਂ ਸ਼ਰਮ ਕਰੋ ਮਾੜੀ ਮੋਟੀ। ਤੁਸੀਂ ਨਾ ਐਡਾ ਵੱਡਾ ਸਟੈਪ ਲਓ ਜਿਹਦੇ ਨਾਲ ਇਹ ਭਾਰਤ ਦੇਸ਼ ਖਿੰਡ ਪੁਣ ਜਾਵੇ। ਬਿਲਕੁਲ ਜੀ। ਕੀ ਨਾਂ ਸਰ ਤੁਹਾਡਾ ਜੀ? ਮੇਰਾ ਨਾਮ ਸ਼ਮਸ਼ੇਰ ਸਿੰਘ, ਕਾਦੀਆਂ ਯੂਨੀਅਨ ਤੋਂ ਮੀਤ ਪ੍ਰਧਾਨ ਚਮਕੌਰ ਸਾਹਿਬ ਬਲਾਕ। ਕੈਪਟਨ ਸਾਹਿਬ ਨੇ ਵੀ ਜਿਹੜਾ ਹੈਗਾ ਧਰਨਾ ਵੀ ਦਿੱਤਾ ਦਿੱਲੀ ਦੇ ਵਿੱਚ ਜਾ ਕੇ। ਐਮਪੀ ਵੀ ਕਾਂਗਰਸ ਦੇ ਮਿਲ ਰਹੇ ਆ, ਉਹ ਕਹਿੰਦੇ ਕਿਸਾਨਾਂ ਦੇ ਅਸੀਂ ਨਾਲ ਖੜੇ ਆ। ਕੇਂਦਰ ਸਰਕਾਰ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ। ਕਿਵੇਂ ਦੇਖਦੇ ਹੋ ਕਾਰਗੁਜ਼ਾਰੀ ਨੂੰ ਸਰਕਾਰ ਦੀ, ਪੰਜਾਬ ਸਰਕਾਰ ਦੀ ਨੂੰ ਇਸ ਸਾਰੇ ਮਾਮਲੇ ਦੇ ਵਿੱਚ? ਆਰਡੀਨੈਂਸਾਂ ਵਾਸਤੇ ਜਿਹੜਾ ਉਹਨਾਂ ਧਰਨਾ ਦਿੱਤਾ, ਇਹਦਾ ਅਸੀਂ ਧੰਨਵਾਦ ਕਰਦੇ ਆ, ਗਏ ਆ, ਠੀਕ ਆ ਜੀ। ਬਾਕੀ ਜਿਹੜੀ ਸਰਕਾਰ ਆ ਪੰਜਾਬ ਦੀ, ਇਹ ਵੀ ਕਿਸਾਨਾਂ ਨਾਲ ਘੱਟ ਨਹੀਂ ਕਰ ਰਹੀ। ਸਾਡੇ ਗੰਨੇ ਦੇ ਪੈਸੇ ਸਾਲ ਤੋਂ ਰੁਕੇ ਹੋਏ ਆ। ਸਬਸਿਡੀ ਪਿਛਲੇ ਸਾਲ ਬੀਜ ਦੀ ਕਣਕ ਦੀ ਉਹ ਨਹੀਂ ਸਾਨੂੰ ਮਿਲੀ। ਹੁਣ ਕਹਿ ਰਹੇ ਆ ਤੁਹਾਨੂੰ ਨਵੇਂ ਸਾਲ ਦੇ ਕਰਤੀ ਸ਼ੁਰੂ, ਪਿਛਲੀ ਨਹੀਂ ਮਿਲੀ। ਅਸੀਂ ਕਿਵੇਂ ਵਿਸ਼ਵਾਸ ਕਰ ਲਈਏ ਇਹਨਾਂ 'ਤੇ ਸਬਸਿਡੀਆਂ 'ਤੇ? ਨਾ ਪਰਾਲੀ ਦਾ ਉਹ ਸੰਦਾਂ ਪਰ ਨਹੀਂ ਸਾਨੂੰ ਮਿਲੀ ਸਬਸਿਡੀ ਹਲੇ ਤੱਕ। ਪਰਾਲੀ ਤਾਂ ਅਸੀਂ ਫੂਕਣੀ ਆ ਜੀ, ਜੋ ਮਰਜ਼ੀ ਕਰਨ। 2500 ਦੇਣ ਸਾਨੂੰ ਕਿੱਲੇ ਦਾ, ਅਸੀਂ ਨਹੀਂ ਫੂਕੂਗੇ। ਇਹ ਮੇਰਾ ਕਹਿਣਾ। ਪੰਜਾਬ ਸਰਕਾਰ ਦਾ ਕਹਿਣਾ ਕਿ ਨਾਲ ਆ ਕਿਸਾਨਾਂ ਦੇ ਵੀ ਬਹੁਤ ਆ ਕਿ ਜਿਹੜੇ ਧਰਨੇ ਲਗਾਏ ਜਾ ਰਹੇ, ਟੋਲ ਪਲਾਜ਼ਾ ਰੋਕੇ ਗਿਆ, ਉਸ ਤੇ ਵਾਸਤੇ ਪੰਜਾਬ ਸਰਕਾਰ ਬਿਲਕੁਲ ਵੀ ਰੋਕ ਨਹੀਂ ਰਹੀ ਕਿਸਾਨਾਂ ਨੂੰ, ਪੂਰੀ ਖੁੱਲ੍ਹ ਦਿੱਤੀ ਹੋਈ ਹੈ ਧਰਨੇ ਲਾਉਣ ਵਾਸਤੇ। ਇਹ ਵਧੀਆ ਗੱਲ ਹੈ, ਚਲੋ ਸਾਡੇ ਹੱਕ 'ਚ ਆ, ਅਸੀਂ ਠੀਕ ਕਹਿੰਦੇ ਆ ਵੀ ਇਹ ਵਧੀਆ ਸਾਡੇ ਵਾਸਤੇ। ਪਰ ਸਾਡੀ ਸੈਂਟਰ ਸਰਕਾਰ ਤਾਂ ਸਾਨੂੰ ਜਮੀ ਕਰ ਰਹੀ ਹੈ ਖਤਮ ਜੀ। ਹੋਰ ਬਿਲਕੁਲ ਜੀ। ਇੱਥੇ ਗੱਲ ਕਰਦੇ ਸਰ, ਕੀ ਨਾਮ ਜੀ ਤੁਹਾਡਾ? ਜਗਤਾਰ ਸਿੰਘ ਜੀ। ਕਿਵੇਂ ਦੇਖਦੇ ਹੋ ਸਰਕਾਰ ਵੱਲੋਂ ਜਿਹੜੇ ਟ੍ਰੇਨਾਂ ਚਲਾਉਣ ਤੋਂ ਮਨਾ ਕੀਤਾ ਗਿਆ ਵੀ ਕਿਸਾਨ ਪਹਿਲਾਂ ਬਿਲਕੁਲ ਬਾਹਰ ਚਲੇ ਜਾਓ, ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਦੇਖਾਂਗੇ ਵੀ ਕਿਸਾਨਾਂ ਦੇ ਕਹਿਣ ਤੋਂ ਅਸੀਂ ਟ੍ਰੇਨਾਂ ਨਹੀਂ ਚਲਾਉਣੀਆਂ? ਇਹ ਗੌਰਮੈਂਟ ਚਾਹੁੰਦੀ ਵੀ ਜਿਹੜਾ ਜ਼ਿਮੀਂਦਾਰਾਂ ਦਾ ਸੰਘਰਸ਼ ਹੌਲੀ ਹੌਲੀ ਸਲੋ ਹੁੰਦਾ ਸਮਾਪਤ ਹੋ ਜਾਵੇ। ਪਹਿਲਾਂ ਇਹਨਾਂ ਨੂੰ ਰੇਲਵੇ ਟਰੈਕ ਤੋਂ ਹਟਾ ਦਿਓ, ਪਲੇਟਫਾਰਮ ਤੋਂ ਹਟਾ ਦਿਓ। ਹੁਣ ਜਿਹੜੇ ਅੰਦਰ ਆ ਕੇ ਬੈਠ ਗਏ ਇਹਨਾਂ ਤੋਂ ਵੀ ਹੌਲੀ ਹੌਲੀ ਪਿੱਛੇ ਹਟਾ ਦਿਓ। ਇਹ ਸਬਰੇ ਦੇਖਦੇ ਆ ਵੀ ਇੰਨਾ ਲੰਬਾ ਸੰਘਰਸ਼ ਜ਼ਿਮੀਂਦਾਰਾਂ ਦਾ ਕਿਵੇਂ ਚੱਲ ਗਿਆ, ਇਹਨੂੰ ਕਿਹੜੇ ਤਰੀਕੇ ਨਾਲ ਤੋੜ ਦਈਏ। ਜਾਂ ਕਿਸਾਨ ਕੋਈ ਮਾੜਾ ਜਿਹਾ ਬਖਲਾਹਟ ਚੱਕ ਕੇ ਕੋਈ ਗਲਤ ਕਦਮ ਚੱਕ ਲੈਣ। ਕਿੰਨੇ ਦਿਨ ਹੋ ਗਏ ਅੱਜ ਧਰਨੇ ਲੱਗਿਆਂ ਨੂੰ, ਇੱਕ ਫੁੱਲ ਤੱਕ ਨਹੀਂ ਕਿਸੇ ਨੇ ਤੋੜਿਆ ਰੇਲਵੇ ਦਾ। ਜ਼ਿਮੀਂਦਾਰ ਨੂੰ ਸੈਂਟਰ ਗੌਰਮੈਂਟ ਇਹੀ ਕਹਿੰਦੀ ਵੀ ਕੁਛ ਨਾ ਕੁਛ ਬਖਲਾਹਟ ਚੱਕ ਕੇ ਕਰ ਦੇਵੇ, ਅਸੀਂ
ਰੌਲਾ ਪਾ ਕੇ ਟ੍ਰੇਨਾਂ ਜਿਹੜੀਆਂ ਬੰਦ ਕਰੀਆਂ ਹੋਈਆਂ ਬਹਾਨਾ ਲੈ ਕੇ ਜਮਾਂ ਹੀ ਬੰਦ ਕਰ ਦਈਏ, ਫਿਰ ਕਿਆ ਹੋ ਜਾਊਗਾ? ਕਰ ਲੈਣਾ। ਡਾਇਆ ਅਸੀਂ ਕੀ ਕਰਨਾ, ਯੂਰੀਆ ਅਸੀਂ ਕੀ ਕਰਨਾ, ਯੂਪੀ ਬਿਹਾਰ ਵਾਲੇ ਕੀ ਕਰਦੇ ਨੇ? ਜਿਹਦੀ ਫਸਲ 1000 ਰੁਪਏ ਨੂੰ ਵਿਕਣੀ ਉਹਨੇ 1200 ਦਾ ਡਾਇਆ ਕਾਹਦੇ ਵਾਸਤੇ ਲੈਣਾ? ਬਿਲਕੁਲ ਯਕੀਨ ਹੈ ਤੁਹਾਡਾ। ਕੈਪਟਨ GS ਢਿੱਲੋਂ, ਬਹਿਰਾਮਪੁਰ ਜ਼ਿਮੀਂਦਾਰਾ ਜੀ। ਸਰ ਕਿਵੇਂ ਦੇਖਦੇ ਹੋ, ਕਿਤੇ ਚਰਚਾ ਹੈ ਵੀ ਇਹ ਪਿੰਡਾਂ ਦੇ ਵਿੱਚ, ਲੋਕਾਂ ਦੇ ਵਿੱਚ, ਕਿਸਾਨਾਂ ਦੇ ਵਿੱਚ ਵੀ ਸਰਕਾਰ ਜਿਹੜੀ ਲਗਾਤਾਰ ਕਿਸਾਨਾਂ ਨੂੰ ਦਬਾ ਰਹੀ ਆ, ਇਹ 26/27 ਨੂੰ ਜਿਹੜਾ ਦਿੱਲੀ ਜਾਣ ਦਾ ਪ੍ਰੋਗਰਾਮ ਲਿਖਿਆ ਕਿਸਾਨਾਂ ਵੱਲੋਂ, ਉਸ ਨੂੰ ਦਬਾਉਣ ਵਾਸਤੇ ਆ, ਕਿਤੇ ਨਾ ਕਿਤੇ ਗੱਡੀਆਂ ਦੀ ਆੜ ਦੇ ਵਿੱਚ ਕਿਸਾਨਾਂ ਨੂੰ ਦਬਾਇਆ ਜਾ ਰਿਹਾ। ਤੁਹਾਡੀ ਗੱਲ, ਜਿਹੜੀ ਤੁਹਾਡਾ ਸਵਾਲ ਹੈ ਉਹਦਾ ਜਵਾਬ ਇਹ ਹੈ ਕਿ ਵੀ ਜਦੋਂ ਤੋਂ ਧਰਨੇ ਸ਼ੁਰੂ ਹੋਏ ਨੇ ਉਹਦਾ ਕਾਰਨ ਕਾਲੇ ਕਾਨੂੰਨ ਲਿਆਏ ਆ ਜੋ ਕੇਂਦਰ ਸਰਕਾਰ ਨੇ, ਉਹਦਾ ਮੇਨ ਮਕਸਦ ਹੈ। ਉੱਥੋਂ ਤੋਂ ਬਾਅਦ ਜਾਗਰੂਕ ਕਿਸਾਨ ਹੈ, ਉਹਨਾਂ ਨੇ ਜਦੋਂ ਉਹਨਾਂ ਕਾਨੂੰਨਾਂ ਬਾਰੇ ਪਤਾ ਲੱਗਿਆ ਕਿ ਵੀ ਸਾਡਾ ਇਹ ਬਿਲਕੁਲ ਹੀ ਮੌਤ ਦੇ ਬਰੰਟ ਨੇ, ਉਹ ਤੋਂ ਬਾਅਦ ਇਹਨਾਂ ਨੇ ਸੰਘਰਸ਼ ਜਾਰੀ ਕਰ ਦਿੱਤਾ। ਤੋ ਕੇਂਦਰ ਸਰਕਾਰ ਨੇ, ਮੰਤਰੀਆਂ ਨੇ ਕਿਸਾਨਾਂ ਦੇ ਨਾਲ ਇੱਕ ਕੋਝਾ ਜਿਹਾ ਮਜ਼ਾਕ ਕਰਕੇ 14 ਤਰੀਕ ਨੂੰ ਜਿਹੜੇ ਪਿੱਛੇ ਬੁਲਾਏ ਸੀ ਉਹ, ਤਾਂ ਉਹ ਤੋਂ ਬਾਅਦ ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਕਰਤੀ। ਇੱਕ ਨਾਰਮਲ ਜਿਹੇ ਬੰਦਿਆਂ ਨੂੰ ਬੁਲਾ ਕੇ ਤੇ ਉਹ ਉੱਥੇ ਸਮਝਾਉਣ ਲੱਗੇ ਕਿਸਾਨਾਂ ਨੂੰ ਕਿ ਵੀ ਤੁਹਾਡੇ ਤਾਂ ਇਹ ਹੱਕ 'ਚ ਨੇ, ਤੇ ਜਦ ਕਿ ਉਹਨਾਂ ਨੇ ਗੱਲਬਾਤ ਕਰਨੀ ਸੀ, ਉਹਨਾਂ ਦੇ ਉੱਤੇ ਅਮੈਂਡਮੈਂਟ ਕਰਨੀ ਸੀ ਜਾਂ ਉਹਨਾਂ ਨੂੰ ਰੱਦ ਕਰਾਉਣਾ ਸੀ। ਸੋ ਉਹ ਗੱਲ ਵਾਲੇ ਪਾਸੇ ਨੂੰ ਨਾ ਜਾਂਦੇ ਹੋਏ ਉਹ ਕਿਸਾਨਾਂ ਨੂੰ ਮਤਲਬ ਇੱਕ ਕਿਸਮ ਦੀ ਇਨਸਲਟ ਕਰਕੇ, ਬੇਇੱਜ਼ਤ ਕਰਕੇ ਉੱਥੋਂ ਵਾਪਸ ਭੇਜਿਆ ਗਿਆ। ਮੇਰਾ ਇੱਕ ਸਵਾਲ ਇਹ ਆ, ਜਿਹੜਾ ਉੱਥੇ ਧਰਨਿਆਂ ਤੇ ਗਾਇਕ ਵੀ ਆ ਰਹੇ, ਬੜੇ ਜਿਹੜੇ ਬੁੱਧੀਜੀਵੀ ਵੀ ਆ ਰਹੇ, ਉਹਨਾਂ ਦਾ ਕਹਿਣਾ ਕਿ ਹੁਣ ਤਾਂ ਕਿਸਾਨੀ ਆਰਡੀਨੈਂਸ ਨੂੰ ਤਾਂ ਬਹੁਤ ਪਿੱਛੇ ਰਹਿ ਗਿਆ, ਹੁਣ ਤਾਂ ਪੰਜਾਬ ਦੀ ਆ ਕਿਸਾਨਾਂ ਦੀ ਹੋਂਦ ਜਿਹੜੇ ਦਾ ਸਵਾਲ ਬਣ ਗਿਆ, ਹੋਂਦ ਖਤਮ ਕੀਤੀ ਜਾ ਰਹੀ ਹੈ ਪੰਜਾਬ ਦੀ। ਹਾਂਜੀ ਬਿਲਕੁਲ ਇਹੀ ਗੱਲ ਕਰ ਰਹੇ ਹਾਂ ਕਿ ਵੀ ਜਿਹੜਾ ਕਾਲਾ ਕਾਨੂੰਨ ਲਿਆਂਦਾ ਉਹਦੇ ਨਾਲ ਇਹ ਪੰਜਾਬ ਨੂੰ ਬਿਲਕੁਲ ਹੀ ਬਰਬਾਦ ਕਰਕੇ ਉਹ ਆਪਣੇ ਜਕੜ ਦੇ ਵਿੱਚ ਲੈਣਾ ਚਾਹੁੰਦੇ ਆ। ਔਰ ਉਹ ਤੋਂ ਬਾਅਦ ਉਹਨਾਂ ਨੂੰ ਪਤਾ ਕਿ ਅਗਰ ਪੰਜਾਬ ਅਸੀਂ ਬਸ 'ਚ ਕਰ ਲਿਆ ਤੇ ਪੂਰੇ ਭਾਰਤ ਨੂੰ ਅਸੀਂ ਬਸ 'ਚ ਕਰ ਲਵਾਂਗੇ। ਔਰ ਜਦ ਕਿ ਇਹਨਾਂ ਨੇ ਕਦੇ CA, ਕਦੇ ਕਿਹੜੇ ਕਾਨੂੰਨ ਲਿਆ ਕੇ ਇਹ ਲੋਕਾਂ ਦੇ ਨਾਲ ਮਤਲਬ ਇੰਨਾ ਕੋਈ ਮਤਲਬ ਸਭ ਤੋਂ ਬੜੀ ਗੱਲ ਇਹ ਹੈ ਕਿ ਇਹਨਾਂ ਨੇ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਜੋ ਲੋਕ ਰਹਿਣੇ ਵਾਲੇ ਨੇ ਉਹਨਾਂ ਨੂੰ ਕਿਸੇ ਨੂੰ ਵੀ ਇਹਨਾਂ ਨੇ ਚੰਗੇ ਰਾਸਤੇ ਨਹੀਂ ਪਾਇਆ ਹੈ। ਨਾ ਇਹ 2 ਕਰੋੜ ਨੌਕਰੀਆਂ, ਨਾ ਕਿਸਾਨਾਂ ਦਾ ਕਰਜ਼ਾ ਮਾਫ, ਉਹਨਾਂ ਵਾਲੇ ਪਾਸੇ ਦਾ ਧਿਆਨ ਹੀ ਨਹੀਂ ਕੀਤਾ। ਇਹ ਸਿਰਫ ਦੇਸ਼ ਨੂੰ ਬਰਬਾਦ ਕਰਨ ਵਾਲੇ ਪਾਸੇ ਨੂੰ ਤੁਲੇ ਹੋਏ ਨੇ। ਸੋ ਇਹਨਾਂ ਗੱਲਾਂ ਉੱਤੇ ਇਹਨਾਂ ਨੂੰ ਜੇ ਬਾਕੀ ਇੱਕ ਪ੍ਰਧਾਨ ਮੰਤਰੀ ਨਹੀਂ ਹੈ, ਉਹਦੇ ਨਾਲ ਜਿਹੜੇ ਸਲਾਹਕਾਰ ਦੀ ਟੀਮ ਹੈ ਨਾ, ਜੁੰਡਲੀ ਹੈ, ਉਹਨਾਂ ਨੂੰ ਵੀ ਇਸ ਚੀਜ਼ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਕਿ ਅਸੀਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ। ਔਰ ਦੂਸਰਾ, ਹੁਣ ਪੇਪਰਾਂ ਦੇ ਵਿੱਚ ਖਬਰਾਂ ਲੱਗਦੀਆਂ, ਟੀਵੀਆਂ ਦੇ ਉੱਤੇ ਨਿਊਜ਼ ਲੱਗਦੇ ਆ, ਤੋ ਇਹ ਕਿਸਾਨਾਂ ਵਾਲੇ ਪਾਸੇ ਨੂੰ ਤਾਂ ਕੋਈ ਗੱਲ ਹੀ ਨਹੀਂ ਕਰ ਰਹੇ। ਜਦ ਕਿ ਇਹਨਾਂ ਨੂੰ ਕੱਲ 66 ਨੋਟਿਸ ਦੇ ਵਿੱਚ ਇਹਨਾਂ ਨੂੰ ਸਭ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਸੀ। ਬਿਲਕੁਲ। ਕੀ ਨਾਮ ਤੁਹਾਡਾ? ਗੁਰਦਿਆਲ ਸਿੰਘ ਜੀ। ਕਿਵੇਂ ਦੇਖਦੇ ਹੋ ਵਿੱਚ ਚਰਚਾ ਪਿੰਡਾਂ ਦੇ ਵਿੱਚ ਵੀ, ਲੋਕਾਂ ਦੇ ਵਿੱਚ ਵੀ, ਇਹ ਜਿਹੜਾ ਹੁਣ ਕਿਸਾਨਾਂ ਨੂੰ ਦਬਾਇਆ ਜਾ ਰਿਹਾ ਲਗਾਤਾਰ, 26/27 ਦਾ ਜਿਹੜਾ ਲਿਖਿਆ ਗਿਆ ਪ੍ਰੋਗਰਾਮ, ਉਹਨੂੰ ਕਿਤੇ ਨਾ ਕਿਤੇ ਤਾਰ ਪਿੱਡੋ ਕਰਨ ਦੇ ਲਈ, ਉਹਨੂੰ ਦਬਾਣ ਖਤਮ ਕਰਨ ਵਾਸਤੇ ਕੀਤਾ ਜਾ ਰਿਹਾ ਸਾਰਾ? ਇਹ ਜਿਹੜੀ ਸੈਂਟਰ ਗੌਰਮੈਂਟ ਆ ਉਹ ਹਰ ਹੀਲਾ ਵਰਤ ਕੇ ਇਹ ਜਿਹੜਾ ਕਿਸਾਨ ਦਾ ਅੰਦੋਲਨ, ਸੰਘਰਸ਼ ਆ, ਇਹਨੂੰ ਲੰਬਾ ਕਰਨਾ ਚਾਹੁੰਦੀ ਆ। ਵੀ ਹੌਲੀ ਹੌਲੀ ਇਹ ਜਿਹੜਾ ਸੰਘਰਸ਼ ਕਿਸਾਨਾਂ ਨੇ ਉਹਨੂੰ ਭੁਲੇਖਾ ਸੈਂਟਰ ਗੌਰਮੈਂਟ ਨੂੰ ਵੀ ਥੱਕ ਕੇ ਆਪਣੇ ਆਪੇ ਉੱਠ ਕੇ ਚਲੇ ਜਾਣਾ। ਜਿਹਦੀ ਮਿਸਾਲ ਦੇ ਤੌਰ ਤੇ ਸਰਕਾਰ ਨੇ ਪਹਿਲਾਂ ਕਿਸਾਨਾਂ ਨੂੰ ਕਿਹਾ ਵੀ ਟਰੈਕਾਂ ਤੇ ਮਤਲਬ ਤੁਸੀਂ ਉੱਠੋ ਤੇ ਅਸੀਂ ਟ੍ਰੇਨਾਂ ਚਲਾਵਾਂਗੇ। ਕਿਸਾਨ ਜਿਹੜੇ ਆ ਪਲੇਟਫਾਰਮ ਤੇ ਆ ਗਏ। ਪਲੇਟਫਾਰਮ ਤੋਂ ਬਾਅਦ ਹੁਣ ਸਰਕਾਰਾਂ ਨੇ, ਕਿਸਾਨਾਂ ਨੇ ਪਲੇਟਫਾਰਮ ਵੀ ਜਿਹੜਾ ਖਾਲੀ ਕਰਤੇ ਨੇ ਤੇ ਕਿਸਾਨ ਬਾਹਰ ਪਾਰਕਾਂ ਦੇ ਵਿੱਚ ਆ ਗਏ। ਤੇ ਹੁਣ ਇਹ ਇੱਕ ਜਿਹੜੀ ਆਪਣੀ ਗਿਣੀ ਮਿਸੀ ਸਾਜ਼ਿਸ਼ ਦੇ ਤਹਿਤ ਕਿਸਾਨਾਂ ਨੂੰ ਬਲੈਕਮੇਲ ਕਰਕੇ ਇਹ ਅੰਦੋਲਨ ਨੂੰ ਜਿਹੜਾ ਅੱਗੇ ਕਰ ਰਹੀ ਆ। ਪਰ ਅਸੀਂ ਦੱਸ ਦੇਣਾ ਚਾਹੁੰਦੇ ਆ ਵੀ ਜਿਹੜਾ ਕਿਸਾਨ ਆ ਇਸ ਤਰ੍ਹਾਂ ਪਿੱਛੇ ਹਟਣ ਵਾਲਾ ਨਹੀਂ ਹੈ। ਕਿਸਾਨ ਅੱਜ ਕੱਲ੍ਹ ਜਾਗਰੂਕ ਆ। ਕਿਸਾਨ ਇਹਨਾਂ ਜਿਹੜੇ ਸਾਡੇ ਲੀਡਰ ਨੇ, ਇਹ ਜਿਹੜੇ ਆਪਣੇ ਆਪ ਨੂੰ ਬਹੁਤ ਬੁੱਧੀਜੀਵੀ ਸਮਝਦੇ ਨੇ, ਇਹਨਾਂ ਨਾਲੋਂ ਜ਼ਿਆਦਾ ਪੜ੍ਹਿਆ ਲਿਖਿਆ ਕਿਸਾਨ ਹੈ। ਜੋ ਇਹਨਾਂ ਨੇ ਕਾਲੇ ਕਾਨੂੰਨ ਬਣਾਏ ਆ ਉਹ ਕਿਸਾਨ ਬਹੁਤ ਚੰਗੀ ਤਰ੍ਹਾਂ ਉਹਨੂੰ ਸਟੱਡੀ ਕਰ ਚੁੱਕਿਆ, ਕਿਉਂਕਿ ਉਹ ਜਿਹੜੇ ਕਾਨੂੰਨ ਬਣਾਏ ਨੇ ਜਿਹਦੇ ਬਾਰੇ BJP ਵਾਲੇ ਪੰਜਾਬ ਦੇ ਜਿਹੜੇ ਸਾਡੇ ਲੀਡਰ ਆ ਕੱਲ੍ਹ ਤੱਕ ਢੰਡੋਰਾ ਪਿੱਟ ਰਹੇ ਸੀ ਵੀ ਇਹ ਜਿਹੜੇ ਕਾਨੂੰਨ ਆ ਬਹੁਤ ਚੰਗੇ ਆ। ਇਹਨਾਂ ਨੂੰ ਜਿਹੜਾ ਧਰਨੇ ਆ, ਇਹ ਜਿਹੜੀ ਸਟ੍ਰਾਈਕਾਂ, ਇਹ ਜਿਹੜੀਆਂ ਰੈਲੀਆਂ, ਇਹ ਸਿਰਫ ਤੇ ਸਿਰਫ ਜਿਹੜੀ ਮੌਜੂਦਾ ਸਰਕਾਰ ਆ ਉਹਦੀਆਂ ਨੇ। ਪਰ ਹੁਣ ਇਹਨਾਂ ਦਾ ਜਿਹੜਾ ਭੁਲੇਖਾ ਨਿਕਲਣਾ ਦੂਰ ਹੋ ਗਿਆ, ਕਿਉਂਕਿ ਕੱਲ੍ਹ ਇਹਨਾਂ ਦਾ ਇੱਕ ਜਿਹੜਾ ਕਮੇਟੀ ਦਾ ਚੇਅਰਮੈਨ ਸੀ ਸੁਰਜੀਤ ਕੁਮਾਰ ਜਿਆਣੀ,
ਉਹ ਵੀ ਸਰਕਾਰ ਤੋਂ ਬਾਗੀ ਹੋ ਗਿਆ। ਉਹਨੇ ਬਿਆਨ ਦਿੱਤਾ ਵੀ ਸਰਕਾਰ ਜ਼ਿਮੀਂਦਾਰਾਂ ਦੀ ਕਿੱਥੋਂ ਸੁਣੂਗੀ, ਉਹ ਤਾਂ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਇਸ ਤੇ ਬਿਲਕੁਲ ਜੀ, ਇੱਕ ਮਿੰਟ ਜੀ, ਗੱਲ ਕਰਦੇ ਹਾਂ ਜੀ। ਕੀ ਨਾਂ ਸਰ ਤੁਹਾਡਾ? ਪਰਸ਼ੋਤਮ ਸਿੰਘ ਮਾਲਾ ਜੀ। ਕਿਵੇਂ ਦੇਖਦੇ ਹੋ, ਪਹਿਲਾਂ ਕਿਸਾਨਾਂ ਨੂੰ ਕਿਹਾ ਪਟੜੀਆਂ ਖਾਲੀ ਕਰ ਦਿਓ, ਉਸ ਤੋਂ ਬਾਅਦ ਪਲੇਟਫਾਰਮ ਖਾਲੀ ਕਰਾ ਲਏ, ਵਿੱਚ ਚਰਚਾ ਕੀ ਇਹਦੇ ਵੀ ਹੈ ਕਿ ਕਿਸਾਨ ਡਰ ਕੇ ਪਿੱਛੇ ਹਟ ਰਿਹਾ, ਜਾਂ ਕਿਸਾਨ ਕਿਉਂ ਝੁਕ ਰਹੇ ਆ ਜਿਸ ਕਰਕੇ ਕੇਂਦਰ ਸਰਕਾਰ ਲਗਾਤਾਰ ਹੋਰ ਹਾਵੀ ਹੋ ਰਹੀ ਹੈ ਕਿਸਾਨਾਂ ਦੇ ਉੱਤੇ? ਦੇਖੋ ਜੀ, ਡਰਨੇ ਵਾਲੀ ਗੱਲ ਤਾਂ ਬਹੁਤ ਦੂਰ ਦੀ ਆ। ਕਿਸਾਨ ਕਦੇ ਨਹੀਂ ਡਰਿਆ। ਜਿਹੜੇ ਕਿ ਪੰਜਾਬੀ ਆਪਣਾ ਪੰਜਾਬ ਆ, ਇਹ ਸੰਘਰਸ਼ਾਂ ਦੇ ਬੜੇ ਲੰਬੇ ਸਮੇਂ ਤੋਂ ਹਿੱਸੇਦਾਰ ਰਹੇ ਨੇ। ਡਰਨੇ ਵਾਲੀ ਗੱਲ ਤਾਂ ਬਹੁਤ ਦੂਰ ਹੈ, ਪਰ ਜਿਵੇਂ ਕਿ ਲੋਕਾਂ ਦੇ ਵਿੱਚ ਵੀ ਕੁਝ ਗੱਲ ਫੈਲੀ ਹੋਈ ਆ, ਬਹੁਤ ਸਾਰੀਆਂ ਜਗ੍ਹਾ ਤੇ ਕਹਿੰਦੇ ਨੇ ਲੋਕ ਵੀ ਕਿਸਾਨ ਸ਼ਾਇਦ ਧੱਕਾ ਕਰ ਰਹੇ ਨੇ। ਇਹ ਇਕੱਲੇ ਕਿਸਾਨਾਂ ਦੀ ਗੱਲ ਨਹੀਂ ਹੈ, ਸਾਰੇ ਵਰਗਾਂ ਦੀ ਗੱਲ ਹੈ। ਲੋਕਾਂ ਨੂੰ ਵੀ ਅਸੀਂ ਇਹ ਕਹਿਣਾ ਚਾਹੁੰਦੇ ਵੀ ਅਸੀਂ ਹੱਲ ਵੀ ਸ਼ਾਂਤਮਈ ਢੰਗ ਦੇ ਨਾਲ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ, ਤਾਂ ਜੋ ਬਈ ਇਹ ਅੰਦੋਲਨ ਦੇ ਵਿੱਚ ਤੇ ਅਸੀਂ ਕੋਈ ਆਪਣਾ ਸਿੱਟਾ ਕੱਢ ਸਕੀਏ। ਡਰਨੇ ਵਾਲੀਆਂ ਗੱਲਾਂ ਤਾਂ ਬਹੁਤ ਦੂਰ ਹੈ। ਜੇਕਰ ਪੰਜਾਬੀਆਂ ਨੇ ਇੱਕ ਤਈਆ ਕਰ ਲਿਆ ਬਈ ਅਸੀਂ ਮੋਦੀ ਨੂੰ ਕੁਛ ਮਤਲਬ ਕਹਿਣ ਦਾ ਭਾਵ ਮੈਂ ਗਲਤ ਪਾਸੇ ਨਾ ਜਾਵਾਂ, ਤਾਂ ਭਗਤ ਸਿੰਘ ਦੀ ਲਾਈਨ 'ਤੇ ਚੱਲਣ ਦੀ ਕੋਸ਼ਿਸ਼ ਕੀਤੀ ਨੌਜਵਾਨਾਂ ਨੇ। ਮੈਂ ਨੌਜਵਾਨਾਂ ਦੇ ਨਾਲ ਵੀ ਬਹੁਤ ਜ਼ਿਆਦਾ ਰਿਲੇਟਿਵ ਹਾਂ। ਨੌਜਵਾਨ ਵੀ ਇਹੀ ਚਾਹੁੰਦੇ ਵੀ ਸਾਨੂੰ ਮਾੜਾ ਜਿਹਾ ਇਸ਼ਾਰਾ ਕਰੋ ਤੁਸੀਂ, ਪਰ ਅਸੀਂ ਉਹਨਾਂ ਨੂੰ ਕਹਿੰਦੇ ਵੀ ਸ਼ਾਂਤਮਈ ਢੰਗ ਦੇ ਨਾਲ ਇਹ ਕਰੀਏ। ਪਰ ਮੋਦੀ ਹੈ ਜਿਹੜਾ, ਉਹ ਥੋੜ੍ਹਾ ਜਿਹਾ ਕਿ ਨਾ ਹਾਲ ਆਕੜ ਦੇ ਵਿੱਚ ਘੁੰਮ ਰਿਹਾ। ਉਹਦੀ ਆਕੜ ਆ ਜਿਹੜੀ ਉਹ ਫਿਰ ਦੂਰ ਕਰ ਦਿਆਂਗੇ, ਇੱਦਾਂ ਦੀ ਗੱਲ ਨਹੀਂ ਹੈਗੀ। ਹੁਣ ਤਾਂ ਅਸੀਂ ਚਲੋ ਕੁਝ ਲੋਕਾਂ ਦੇ ਕਹੇ ਤੇ ਸਾਡੇ ਜਥੇਬੰਦੀਆਂ ਦੇ ਕਹੇ ਤੇ ਅਸੀਂ ਥੋੜ੍ਹਾ ਪਹਿਲਾਂ ਲਾਈਨ ਦੇ ਉੱਪਰ ਸੀ, ਫਿਰ ਸਟੇਸ਼ਨ ਦੇ ਉੱਪਰ ਆਏ। ਸਟੇਸ਼ਨ ਤੋਂ ਬਾਅਦ ਵਿੱਚ ਅੱਜ ਅਸੀਂ ਬਹੁਤ ਪਾਰਕਾਂ ਦੇ ਸਾਈਡ 'ਤੇ ਆ ਗਏ ਹਾਂ। ਅਸੀਂ ਆਪਣੇ ਵੱਲੋਂ ਪੂਰਾ ਸਹਿਯੋਗ ਦੇ ਰਹੇ ਹਾਂ, ਪਰ ਜੇਕਰ ਇਹੀ ਲੱਛਣਾਂ ਦੇ ਉੱਪਰ ਰਹੇ ਨਾ, ਫਿਰ ਉਹਨੂੰ ਔਖਾ ਹੋ ਜਾਣਾ। ਅਸੀਂ ਨਹੀਂ ਚਾਹੁੰਦੇ ਵੀ ਜਿਵੇਂ ਪਹਿਲਾਂ ਹੋਰ ਪਾਸੇ ਦਰਦ ਹੰਢਾਉਂਦਾ ਰਿਹਾ ਪਿੱਛੇ ਪੰਜਾਬ, ਫਿਰ ਨਕਸਲਵਾਦੀ ਦੱਸਦੇ ਆ ਇਹ ਪੰਜਾਬੀਆਂ ਨੂੰ, ਵੀ ਉਹ ਕੰਮ ਨਾ ਹੋਵੇ ਇਹਨਾਂ ਵਾਸਤੇ। ਅਸੀਂ ਵਾਰ-ਵਾਰ ਤੁਹਾਡੇ ਚੈਨਲ ਦੇ ਜ਼ਰੀਏ ਵੀ ਮੋਦੀ ਸਾਹਿਬ ਨੂੰ ਇਹ ਕਹਿੰਦੇ ਆ ਵੀ ਤੁਸੀਂ ਹੱਥ ਬੰਨ੍ਹਦੇ ਤੁਹਾਡੇ ਅੱਗੇ, ਸਮਝੋ, ਬੈਠ ਕੇ ਕਿਸਾਨ ਭਰਾਵਾਂ ਦੇ ਨਾਲ, ਜਥੇਬੰਦੀਆਂ ਦੇ ਨਾਲ ਬੈਠ ਕੇ ਆਪਣਾ ਵਿਚਾਰ ਵਟਾਂਦਰਾ ਕਰੋ। ਥੋੜ੍ਹੀਆਂ ਗੱਲਾਂ ਉੱਠ ਕੇ ਆ ਰਹੀਆਂ ਨੇ ਸੈਂਟਰ ਗੌਰਮੈਂਟ ਵੱਲ ਤੇ ਵੀ ਅਸੀਂ ਵਿਚਾਰ ਕਰਨਾ ਚਾਹਾਂਗੇ। ਚਲੋ ਜੇ ਵਿਚਾਰ ਕਰਦੇ ਤਾਂ ਬਹੁਤ ਚੰਗੀ ਗੱਲ ਆ, ਅਸੀਂ ਵੀ ਉਹਨਾਂ ਨੂੰ ਪਹਿਲ ਦਿੰਦੇ ਹਾਂ, ਤਾਂ ਹੀ ਅਸੀਂ ਥੋੜ੍ਹਾ ਕਦਮ ਪਿੱਛੇ ਹਟਾ ਰਹੇ ਹਾਂ। ਪਰ ਇਹਦੇ ਵਿੱਚ ਡਰਨੇ ਵਾਲੀ ਕੋਈ ਗੱਲ ਨਹੀਂ ਜੀ ਹੈਗੀ। ਡਰਨੇ ਵਾਲੀ ਗੱਲ ਇੱਕ ਪੁਰਾਣੀ ਕਹਾਵਤ ਆ, ਕਹਿੰਦੇ ਜੇ ਦੁਸ਼ਮਣ ਨੂੰ ਮਾਰਨਾ ਹੋਵੇ, ਇਹਨੂੰ ਹਰਾਉਣਾ ਹੋਵੇ ਤਾਂ ਦਾਣਾ ਪਾਣੀ ਬੰਦ ਕਰ ਦਿਓ। ਸਿਆਸੀ ਮਾਰਾਂ ਦਾ ਵੀ ਇਹੀ ਕਹਿਣਾ ਮੰਨਣਾ ਵੀ ਇਹ ਉਸੇ ਕੜੀ ਦਾ ਹਿੱਸਾ ਹੈ। ਜਿਹੜੀਆਂ ਟ੍ਰੇਨਾਂ ਰੋਕੀਆਂ ਗਈਆਂ, ਪੰਜਾਬ ਦਾ ਦਾਣਾ ਪਾਣੀ ਬੰਦ ਕੀਤਾ ਜਾ ਰਿਹਾ ਕੇਂਦਰ ਵੱਲੋਂ। ਕਿਵੇਂ ਦੇਖਦੇ ਆ, ਕਿਉਂਕਿ ਜ਼ਰੂਰੀ ਹੈਗੀ ਆ ਟ੍ਰੇਨਾਂ, ਖਾਦ ਵੀ ਜ਼ਰੂਰੀ ਆ, DAP ਜ਼ਰੂਰੀ ਆ, ਸਾਰੀਆਂ ਜ਼ਰੂਰੀ ਵਸਤੂਆਂ, ਵਪਾਰੀ ਵੀ ਜਿਹੜਾ ਹੈਗਾ ਉਹਨਾਂ ਦਾ ਸਮਾਨ ਆਉਣਾ ਜਾਂਦਾ, ਉਹ ਬੰਦ ਹੋ ਗਿਆ। ਮੇਨ ਕੋਲਾ ਜਿਹੜਾ ਹੈਗਾ, ਪੰਜਾਬ ਨੂੰ ਬਿਜਲੀ ਦੀ ਸਪਲਾਈ ਆ, ਕਿਉਂਕਿ ਹਰ ਇੱਕ ਚੀਜ਼ ਬਿਜਲੀ 'ਤੇ ਚੱਲਦੀ ਹੈ। ਖੇਤੀ ਕਰਨੀ ਹੈ, ਪਾਣੀ ਦੇਣਾ, ਘਰਾਂ ਦੇ ਵਿੱਚ ਵੀ ਸਮਰਸੀਬਲ ਲੱਗ ਚੁੱਕੇ ਆ। ਵੀ ਇਹ ਦਾਣਾ ਪਾਣੀ ਜਿਹੜਾ ਹੈਗਾ ਕਿਤੇ ਨਾ ਕਿਤੇ ਸਿਆਸੀ ਮਾਰਾਂ ਦਾ ਮਿਲਣਾ ਵੀ ਉਸੇ ਜਿਹੜੀ ਹੈਗੀ ਰਸਤੇ 'ਤੇ ਚੱਲ ਰਹੀ ਹੈ ਕੇਂਦਰ ਸਰਕਾਰ। ਕਿਵੇਂ ਦੇਖਦੇ ਕਿਸਾਨ ਆਉਣ ਵਾਲੇ ਦਿਨਾਂ ਦੇ ਵਿੱਚ, ਅਗਰ ਨਹੀਂ ਟ੍ਰੇਨਾਂ ਚੱਲਦੀਆਂ, ਹਾਲਾਤ ਖਰਾਬ ਹੁੰਦੇ, ਤਾਂ ਕਿਵੇਂ ਦੇਖਦੇ ਕਿਸਾਨ ਇਸ ਨੂੰ? ਦੇਖੋ ਜੀ, ਗੱਲ ਇੱਦਾਂ ਵੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਖੇਤੀ ਸ਼ੁਰੂ ਕਰੀ ਸੀਗੀ, ਉਸ ਸਮੇਂ ਕਿਹੜੀ ਟ੍ਰੇਨ ਚੱਲਦੀ ਸੀਗੀ, ਜਾਂ ਉਸ ਸਮੇਂ ਕਿਹੜੀਆਂ ਖਾਦਾਂ ਪਾਈਆਂ ਜਾਂਦੀਆਂ ਸੀਗੀਆਂ, ਜਾਂ ਉਸ ਸਮੇਂ ਐਡੇ ਕਿਹੜੇ ਕਾਰੋਬਾਰ ਸੀਗੇ। ਦੇਖਣ ਦੀ ਗੱਲ ਆ ਵੀ ਅਸੀਂ ਆਪਣੀਆਂ ਫਸਲਾਂ ਬੀਜੀਆਂ, ਢਿੱਡ ਭਰਨ ਜੋਗੇ ਹੈਗੇ ਆ। ਅਸੀਂ ਪੰਜਾਬ ਦਾ ਤਾਂ ਕਿਹਾ 4 ਸੂਬਿਆਂ ਦਾ ਹੋਰ ਢਿੱਡ ਵੀ ਭਰ ਸਕਦੇ ਜੇ ਸਾਡੇ ਖਾਦਾਂ ਵੀ ਨਹੀਂ ਆਉਂਦੀਆਂ। ਸਾਡੇ ਇੱਥੇ ਹੈਗੀਆਂ ਨੇ, ਜਿਵੇਂ ਕਿ ਕੱਚੀਆਂ ਖਾਦਾਂ ਸਾਡੇ ਤਿਆਰ ਹੁੰਦੀਆਂ ਨੇ ਆਪਣੀਆਂ। ਹੋਰ ਇੱਦਾਂ ਦੀ ਗੱਲ ਹੈਗੀ ਹੈ ਵੀ ਉਹ ਕਿੰਨਾ ਕੁ ਚਿਰ ਬੰਦ ਕਰਕੇ ਰੱਖਣਗੇ। ਉਦੋਂ ਗੱਲ ਹੋਰ ਸੀ ਉਸ ਸਮੇਂ ਦੀ। ਉਦੋਂ ਪਾਣੀਆਂ ਦੇ ਉੱਤੇ ਜਿਹੜੀ ਹੈਗੇ ਪਾਬੰਦੀਆਂ ਨਹੀਂ ਸੀਗੀਆਂ ਸਰਕਾਰਾਂ ਦੀਆਂ, ਹੁਣ ਪਾਬੰਦੀਆਂ ਲੱਗੀਆਂ। ਜਿਹੜੀਆਂ ਨਹਿਰਾਂ ਬਾਹਰ ਜਾ ਰਹੀਆਂ, ਪੰਜਾਬ ਨੂੰ ਪਾਣੀ ਨਿਰਭਰ ਆ ਟਿਊਬਲਾਂ 'ਤੇ। ਟਿਊਬਲ ਕਾਹਦੇ ਨਾਲ ਚੱਲਣੇ? ਬਿਜਲੀ ਨਾਲ। ਹੁਣ ਉਹ ਹਾਲਾਤ ਆ, ਉਹ ਅੱਜ ਦੇ ਹਾਲਾਤਾਂ 'ਚ ਬਹੁਤ ਫਰਕ ਆ। ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਇਹ ਵੀ ਜਾਇਜ਼ ਹੈਗੀ ਹੈ, ਪਰ ਅਸੀਂ ਨਹੀਂ ਚਾਹੁੰਦੇ ਵੀ ਕਿਤੇ ਜਿਹੜੀਆਂ ਭਾਖੜੇ ਤੋਂ ਲਾਈਨਾਂ ਪੰਜਾਬ ਦੇ ਵਿੱਚ ਨੂੰ ਹੋ ਕੇ ਹੋਰ ਸਟੇਟਾਂ ਦੇ ਵਿੱਚ ਜਾਂਦੀਆਂ ਨੇ, ਕਿਤੇ ਸਾਨੂੰ ਉਹ ਨਾ ਬੰਦ ਕਰਨੀਆਂ ਪੈ ਜੇ। ਬਿਜਲੀ ਤਾਂ ਸਾਡੇ ਕੋਲ ਅਸੀਂ ਉੱਥੇ ਤੇ ਪੂਰੀ ਕਰ ਸਕਦੇ ਹਾਂ, ਪਰ ਉਹਦੇ ਵਿੱਚ ਸਾਨੂੰ ਗੱਲ ਉੱਥੇ ਹੀ ਆ ਕੇ ਖੜੀ ਹੋ ਜਾਂਦੀ ਹੈ ਵੀਰ ਜੀ, ਬਈ ਅਸੀਂ ਨਹੀਂ ਲੜਨਾ ਚਾਹੁੰਦੇ, ਨਹੀਂ ਉਹ ਤਾਪ ਹੰਡਾਉਣਾ ਚਾਹੁੰਦੇ ਜਿਹੜਾ ਪਹਿਲਾਂ ਸੀਗਾ। ਅਸੀਂ ਤਾਂ ਹੌਲੀ ਥੋੜ੍ਹਾ ਜਿਹਾ ਪਿੱਛੇ ਹਟ ਰਹੇ ਹਾਂ। ਲੇਕਿਨ ਜੇਕਰ ਇਹਨਾਂ ਦੇ ਰਵੱਈਏ ਇੱਦਾਂ ਹੀ ਰਹੇ, ਫਿਰ ਸਾਨੂੰ ਗਾਹਾਂ ਸੋਚਣਾ ਪੈਣਾ। ਨੌਜਵਾਨ ਵਰਗ ਜਿਹੜਾ ਸਾਡਾ ਸਾਰੇ ਦਾ ਸਾਰਾ ਉਹ ਤੱਤਾ ਹੋਇਆ ਵਾ। ਅਸੀਂ ਕਹਿੰਦੇ ਹਾਂ ਵੀ ਨਾ ਉਹਨਾਂ ਨੂੰ ਕੋਈ ਇਹੋ ਜਿਹੀ ਚੰਗਿਆਰੀ ਮਿਲੇ ਜਿਹਦੇ ਨਾਲ ਬਹੁਤ ਔਖਾ ਹੋ ਜਾਵੇ ਗਾਹਾਂ ਨੂੰ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ? ਕਿਰਪਾਲ ਸਿੰਘ ਜੀ।
ਤੁਸੀਂ ਕਾਫੀ ਉਮਰ ਹੈ ਤੁਹਾਡੀ, ਤੁਸੀਂ ਕਾਫੀ ਇਹੋ ਜਿਹੇ ਸੰਘਰਸ਼ ਦੇਖੇ ਹੋਣੇ ਆ। ਕਿਵੇਂ ਦੇਖਦੇ ਹੋ ਜੋ ਅੱਜ ਪੰਜਾਬ ਦੇ ਨਾਲ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ? ਲੜਾਈ ਤਾਂ ਸ਼ੁਰੂ ਹੋਈ ਸੀ ਖੇਤੀ ਬਿੱਲਾਂ ਨੂੰ ਲੈ ਕੇ, ਤੇ ਹੁਣ ਪਹੁੰਚ ਚੁੱਕੀ ਹੈ ਟ੍ਰੇਨਾਂ ਬੰਦ ਕਰ ਦਿੱਤੀਆਂ ਪੰਜਾਬ ਦੀਆਂ, ਕਈ ਸ਼ਰਤਾਂ ਰੱਖੀਆਂ ਜਾ ਰਹੀਆਂ ਕਿਸਾਨਾਂ ਦੇ ਉੱਤੇ, ਕਿਸਾਨ ਮੰਨ ਵੀ ਰਹੇ ਨੇ, ਉਸ ਦੇ ਬਾਵਜੂਦ ਵੀ ਟ੍ਰੇਨਾਂ ਨਹੀਂ ਚਲਾਈਆਂ ਜਾ ਰਹੀਆਂ। ਕਿਵੇਂ ਦੇਖਦੇ ਹੋ ਤੁਸੀਂ? ਤਜਰਬਾ ਵੀ ਤੁਹਾਡਾ ਪੁਰਾਣਾ। ਸਾਡਾ ਤਜਰਬਾ ਇਹ ਹੈ ਜੀ, ਅਸੀਂ ਤਾਂ ਜੋ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਅਸੀਂ ਵੀ ਅਸੀਂ ਸ਼ਾਂਤਮਈ ਢੰਗ ਨਾਲ ਚੱਲਦੇ ਹਾਂ। ਸ਼ਾਂਤਮਈ ਢੰਗ ਨਾਲ ਅਸੀਂ ਉਹਨਾਂ ਦੇ ਕਹੇ ਦੇ ਸਾਡੇ ਜਿਹੜੇ ਆਗੂ ਜਿਕਣਾ ਸਾਨੂੰ ਕਹਿੰਦੇ ਅਸੀਂ ਪਿੱਛੇ ਹਟੀ ਜਾਂਦੇ ਹਾਂ। ਮੈਂ ਤੁਹਾਨੂੰ ਇੱਕ ਰੋਪੜ ਦੀ ਜਿਹੜੀ ਪੋਜੀਸ਼ਨ ਦੱਸਣੀ ਚਾਹੁੰਦਾ। ਉਹ ਕਹਿੰਦਾ ਸਾਡੇ ਟਰੈਕ ਤੁਸੀਂ ਜਿਹੜੀ ਰੇਲਵੇ ਦੇ ਜਾਇਦਾਦ ਉਹਦੇ ਬਾਹਰ ਚਲੇ ਜਾਓ, ਲੇਕਿਨ ਅਸੀਂ ਸਾਡੇ ਦੋਹੇ ਪਾਸੇ ਰੇਲਵੇ ਦੇ ਸਟੇਸ਼ਨ ਦੇ ਨਾਲ ਜਰਨੈਲੀ ਸੜਕਾਂ, GT ਰੋਡ ਆ, ਦੋਹੇ ਪਾਸੇ 2 ਨਹਿਰਾਂ, ਫਿਰ ਅਸੀਂ ਨਹਿਰਾਂ ਜਾ ਕੇ ਛਾਲ ਮਾਰੀਏ? ਅਸੀਂ ਕਿੱਥੇ ਜਾ ਸਕਦੇ ਹਾਂ? ਮੈਂ ਉਹਨਾਂ ਨੂੰ ਇਹ ਸਮਝਾਉਣਾ ਚਾਹੁੰਦਾ ਵੀ ਤੁਸੀਂ ਆਪਣੀ ਛੱਡ ਕੇ ਸਾਡੇ ਨਾਲ ਬੈਠ ਕੇ ਟੇਬਲ ਤੇ ਗੱਲ ਕਰੋ। ਸਾਨੂੰ ਮਜਬੂਰ ਨਾ ਕਰੋ, ਅਸੀਂ ਥੋੜ੍ਹੇ ਦਾਣਾ ਪਾਣੀ ਬੰਦ ਕਰ ਦਈਏ ਸਾਰੇ ਹੀ, ਅਸੀਂ ਥੋੜ੍ਹੀ ਬਿਜਲੀ ਬੰਦ ਕਰਾਂਗੇ, ਥੋੜ੍ਹੇ ਪਾਣੀ ਬੰਦ ਕਰਾਂਗੇ, ਥੋੜ੍ਹੇ ਰਸਤੇ ਬੰਦ ਕਰਾਂਗੇ। ਇਹ ਸਾਡੇ ਆਖਰੀ ਫੈਸਲਾ ਹੋਊਗਾ। ਤੁਸੀਂ ਬਿਜਲੀ ਕਿੱਥੋਂ ਬੰਦ ਕਰੋਗੇ? ਬਿਜਲੀ ਤਾਂ ਉਹਨਾਂ ਤੋਂ ਲੈ ਰਿਹਾ ਹੁਣ ਪੰਜਾਬ ਸਰਕਾਰ, ਉਹਨਾਂ ਤੋਂ ਖਰੀਦ ਰਹੀ ਕੇਂਦਰ ਤੋਂ। ਸਾਡੇ ਭਾਖੜੇ ਤੋਂ ਵੀ ਜਾਂਦੀ ਜੀ, ਫਿਰ ਉੱਥੇ ਨੂੰ ਅਸੀਂ ਜਾਣ ਨਹੀਂ ਦਊਂਗੇ। ਇੱਥੇ ਤੇ ਸਾਡੇ ਭਾਖੜੇ ਟਾਈਮ ਤੇ ਬਿਜਲੀ ਉੱਥੇ ਜਾ ਰਹੀ ਹੈ ਦਿੱਲੀ ਨੂੰ, ਪਾਣੀ ਸਾਡਾ ਦਿੱਲੀ ਨੂੰ ਜਾ ਰਿਹਾ, ਅਸੀਂ ਪਾਣੀ ਰੋਕ ਦਾਂਗੇ। ਪਾਣੀ ਸਾਡਾ ਰਾਜਸਥਾਨ ਨੂੰ ਜਾ ਰਿਹਾ, ਅਸੀਂ ਪਾਣੀ ਰੋਕ ਦਾਂਗੇ। ਪਾਣੀ ਸਾਡਾ ਹਰਿਆਣੇ ਨੂੰ ਜਾ ਰਿਹਾ, ਅਸੀਂ ਰੋਕ ਦਾਂਗੇ। ਕਿਵੇਂ ਦੇਖ ਰਹੇ ਹੋ? ਇੱਕ ਚਰਚਾ ਵੀ ਹੈ ਕਿ ਜਿਹੜਾ ਹੈਗਾ ਟ੍ਰੇਨਾਂ ਦੇ ਬਹਾਨੇ ਜਿਹੜਾ ਕਿਸਾਨਾਂ ਦਾ ਜਿਹੜਾ ਚੱਲ ਰਿਹਾ ਮੋਰਚਾ, ਉਹਨੂੰ ਖਤਮ ਕਰਾਉਣ ਦੀ ਤਿਆਰੀ ਹੈ ਕਿ ਪੂਰਨ ਤੌਰ ਤੇ ਖਤਮ ਕਰ ਲੈਣ ਕਿਸਾਨ। ਉਹਨਾਂ ਦੀ ਨੀਤੀ ਤਾਂ ਉਹਨਾਂ ਦੀ ਇਹੀ ਆ, ਪਰ ਲੇਕਿਨ ਉਹਨਾਂ ਦਾ ਭੁਲੇਖਾ ਹੈ। ਇਹ ਜਿਹੜਾ ਸੰਘਰਸ਼ ਚੱਲਿਆ ਵਾ ਇਹਨਾਂ ਇੱਕ ਆ ਰਿਹਾ ਪਾਰ ਜਾਂ ਉਹ ਨਹੀਂ ਹੈ, ਅਸੀਂ ਨਹੀਂ, ਇਹ ਸਭ ਕੁਝ ਹੋਣਾ ਜੀ। ਉਹਦੇ ਵਿੱਚ ਕੁਛ ਕਿਸੇ ਨੂੰ ਵਿਚਾਰ ਸੀ ਜਾਂ ਆਪਣੀ ਹਿੱਤੇ ਤੇ ਪੱਕੇ ਰਹਾਂਗੇ। ਅਤੇ ਹੁਣ ਜਿਹੜੀ ਅੱਜ ਦੀ ਸਥਿਤੀ ਹੈ ਜਿਹੜੀ, ਉਹ ਸਾਡੀ ਬਹੁਤ ਸਖਤ ਜਗ੍ਹਾ 'ਤੇ ਪਹੁੰਚ ਗਈ। ਸਾਨੂੰ ਮੁੜ ਕੇ ਫਿਰ ਉੱਥੇ ਹੀ ਜਾਣਾ ਪਊਗਾ ਟਰੈਕਾਂ ਦੇ ਉੱਤੇ। ਜੇ ਤੁਸੀਂ ਸਾਡੀ ਨਾ ਗੱਲ ਸੁਣੀ, ਅਸੀਂ ਸਿੱਧੇ ਜਾਵਾਂਗੇ ਟਰੈਕਾਂ 'ਤੇ ਜਾ ਕੇ ਬੈਠ ਜਾਵਾਂਗੇ ਫਿਰ, ਜੇ ਸਾਡੀ ਟ੍ਰੇਨਾਂ ਨਹੀਂ ਚਲਾਉਣੀਆਂ ਤੁਸੀਂ। ਬਿਲਕੁਲ ਵੀ ਇੱਥੇ ਨੌਜਵਾਨ ਕਿਸਾਨ ਆਗੂ ਵੀ ਬੈਠੇ ਨੇ। ਕੁਲਵੰਤ ਸਿੰਘ ਜੀ, ਕਿਵੇਂ ਦੇਖਦੇ ਹੋ ਸਾਰੀ ਗੱਲਬਾਤ ਨੂੰ? ਕੀ ਲੱਗਦਾ ਹੈ ਰੇੜਕਾ ਖਤਮ ਹੋਣ ਵਾਲਾ ਹੈ ਕਿ ਲਗਾਤਾਰ ਹੁਣ ਤਾਂ ਜਿਹੜਾ ਰੇਲਵੇ ਨੇ ਕਹਿ ਦਿੱਤਾ ਕਿ ਅਸੀਂ ਟ੍ਰੇਨਾਂ ਨਹੀਂ ਚਲਾਉਣੀਆਂ ਜਦੋਂ ਤੱਕ ਕਿਸਾਨ ਨਹੀਂ ਜਾਂਦੇ ਬਾਹਰ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ 22 ਜਿਹੜੇ ਹੈਗੇ ਰੇਲਵੇ ਸਟੇਸ਼ਨਾਂ 'ਤੇ ਕਿਸਾਨ ਬੈਠੇ ਆ, ਅਤੇ ਉਹਨਾਂ ਕਿਹਾ ਕਿਸਾਨਾਂ ਦੇ ਕਹਿਣ 'ਤੇ ਅਸੀਂ ਜਾਂ ਪੰਜਾਬ ਸਰਕਾਰ ਦੇ ਕਹਿਣ 'ਤੇ ਅਸੀਂ ਟ੍ਰੇਨਾਂ ਨਹੀਂ ਚਲਾਉਣੀਆਂ, ਅਸੀਂ ਆਪਣਾ ਹਿਸਾਬ ਦੇਖਣਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜਾ ਹੈਗਾ ਕੈਂਸਲੇਸ਼ਨ ਹੋ ਰਹੀ ਹੈ, ਜਿਹੜੀਆਂ ਰਿਜ਼ਰਵੇਸ਼ਨ ਸੀਗੀ ਤਿਉਹਾਰਾਂ ਕਰਕੇ ਦਿੱਲੀ ਟ੍ਰੇਨਾਂ ਦੀ, ਉਹ ਖਤਮ ਹੋ ਰਹੀ ਹੈ, ਉਹਦੇ ਕਰਕੇ ਨੁਕਸਾਨ ਹੋ ਰਿਹਾ ਸਰਕਾਰ ਨੂੰ। ਇਸ ਕਰਕੇ ਦੋਨੋਂ ਟ੍ਰੇਨਾਂ ਚਲਾਈਆਂ ਜਾਣੀਆਂ, ਮਾਲ ਗੱਡੀਆਂ ਵੀ ਸਵਾਰੀ ਵੀ। ਕਿਵੇਂ ਦੇਖਦੇ ਹੋ ਕਿਸਾਨਾਂ ਦਾ ਸੰਘਰਸ਼ ਜਿਹੜਾ ਚੱਲ ਰਿਹਾ ਇਸ ਨੂੰ ਲੈ ਕੇ, ਤੇ ਅੱਗੇ ਕੀ ਬਣਨ ਵਾਲਾ ਹੈ? ਦੇਖੋ ਜੀ, ਜਿਹੜਾ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਟ੍ਰੇਨਾਂ ਤਾਂ ਚਲਾਵਾਂਗੇ ਮਾਲ ਗੱਡੀਆਂ ਜੇ ਪੈਸੇਂਜਰ ਟ੍ਰੇਨ ਨੂੰ ਚੱਲਣ ਦਿੱਤਾ ਜਾਵੇਗਾ, ਪਰ ਅਸੀਂ ਇੱਥੇ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸਾਡੀਆਂ ਜੋ ਸੂਬਾ ਕਮੇਟੀਆਂ ਹਨ, ਇਹਨਾਂ ਦਾ ਫੈਸਲਾ ਹੈ ਕਿ ਕਿਸੇ ਹਾਲਤ ਵਿੱਚ ਵੀ ਇਹ ਪੈਸੇਂਜਰ ਟ੍ਰੇਨ ਨਹੀਂ ਚੱਲੇਗੀ। ਕੇਂਦਰ ਸਰਕਾਰ ਨੇ ਮਾਲ ਗੱਡੀਆਂ ਚਲਾਉਣੀਆਂ ਤਾਂ ਚਲਾਉਣ, ਨਹੀਂ ਚਲਾਉਣੀਆਂ ਤਾਂ ਨਾ ਚਲਾਉਣ, ਕਿਉਂਕਿ ਸਾਨੂੰ ਹੁਣ ਐਡੀ ਵੱਡੀ ਲੋੜ ਵੀ ਨਹੀਂ ਹੈ। ਸਾਡੀ ਬਿਜਾਈ ਲਗਭਗ ਅੱਧੀ ਤੋਂ ਜ਼ਿਆਦਾ ਹੋ ਚੁੱਕੀ ਹੈ। ਅਸੀਂ ਬਗੈਰ ਡਾਏ ਤੋਂ, ਬਗੈਰ ਯੂਰੀਆ ਤੋਂ ਸਾਰ ਚੁੱਕੇ ਹਾਂ। ਅਸੀਂ ਆਪਣੀ ਜਿਹੜੀ ਦੇਸੀ ਖਾਦਾਂ ਹੈ, ਰੂੜੀ ਦੀ ਖਾਦ ਹੈ, ਇਹਦੀ ਵਰਤੋਂ ਕਰਕੇ ਅਸੀਂ ਆਪਣਾ ਅਨਾਜ ਪੈਦਾ ਕਰ ਲਾਂਗੇ। ਪਰ ਅਸੀਂ ਹੁਣ ਸੈਂਟਰ ਸਰਕਾਰ ਦੇ ਜੋ ਕਹਿ ਰਹੀ ਹੈ ਕਿ ਧੱਕਾ ਕਰ ਰਹੀ ਹੈ ਕਿ ਟਰੈਕ ਖਾਲੀ ਕਰ ਦਿਓ, ਰੇਲਵੇ ਪਲੇਟਫਾਰਮ ਖਾਲੀ ਕਰ ਦਿਓ, ਪਾਰਕ ਵੀ ਖਾਲੀ ਕਰ ਦਿਓ, ਅਸੀਂ ਇਹ ਨਹੀਂ ਕਰਨ ਵਾਲੇ। ਅਸੀਂ ਇੱਥੇ ਹੁਣ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਇਹ ਆਰ ਪਾਰ ਦੀ ਲੜਾਈ ਹੋ ਰਹੀ ਹੈ। 26-27 ਨੂੰ ਅਸੀਂ ਦਿੱਲੀ ਘੇਰਨੀ ਹੈ ਸਾਰੇ ਪਾਸਿਆਂ ਤੋਂ। ਉਸ ਤੋਂ ਬਾਅਦ ਅਗਰ ਸਾਨੂੰ ਇਹ ਬਾਰਡਰਾਂ 'ਤੇ ਰੋਕਦੀ ਹੈ ਤਾਂ ਅਸੀਂ ਬਾਰਡਰਾਂ 'ਤੇ ਹੀ ਪੱਕੇ ਧਰਨੇ ਲਾ ਕੇ ਬੈਠ ਜਾਣਾ ਹੈ। ਨਾ ਕੋਈ ਪੰਜਾਬ ਵਿੱਚ ਅਸੀਂ ਆਉਣ ਦੇਣਾ, ਨਾ ਪੰਜਾਬ ਤੋਂ ਬਾਹਰ ਜਾਣ ਦੇਣਾ। ਜੋ ਪੰਜਾਬ ਦੇ ਲੋਕ ਹੈ ਉਹ ਆਪਣੇ ਜੋਗਾ ਖਾਣ ਪੀਣ ਦਾ ਅਨਾਜ ਪੈਦਾ ਕਰ ਸਕਦੇ ਹੈ। ਔਰ ਰਹੀ ਗੱਲ ਪਾਣੀਆਂ ਦੀ, ਅਸੀਂ ਸੂਬਾ ਕਮੇਟੀ ਨੂੰ ਹੁਣ ਤੁਹਾਡੇ ਚੈਨਲ ਦੇ ਥਰੂ ਕਹਿੰਦੇ, ਪੰਜਾਬ ਦੀਆਂ ਜੋ ਕਿਸਾਨ ਜਥੇਬੰਦੀਆਂ ਦੇ ਸੂਬਾ ਕਮੇਟੀ ਹੈ, ਇਸ ਨੂੰ ਬੇਨਤੀ ਕਰਦੇ ਹਾਂ ਕਿ ਅਗਰ ਕੇਂਦਰ ਸਰਕਾਰ ਨਹੀਂ ਮੰਨਦੀ ਤਾਂ ਤੁਸੀਂ ਪਾਣੀਆਂ 'ਤੇ ਵੀ ਵਿਚਾਰ ਕਰੋ, ਔਰ ਜੋ ਬਿਜਲੀ ਪੰਜਾਬ ਤੋਂ ਦਿੱਲੀ ਨੂੰ ਜਾ ਰਹੀ ਹੈ ਇਸ 'ਤੇ ਵੀ ਵਿਚਾਰ ਕਰੋ। ਅਗਰ ਸਾਰੇ ਕਿਸਾਨ ਇੱਥੇ ਆ ਕੇ ਭਾਖੜਾ ਨੰਗਲ ਡੈਮ 'ਤੇ ਪਾਣੀ ਰੋਕਦੇ ਆ, ਬਿਜਲੀ ਰੋਕਦੇ ਆ, ਤਾਂ ਇਹ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੋਵੇਗੀ। ਤੁਸੀਂ ਕਿਹਾ ਕਿ ਪਿੰਡਾਂ ਦੇ ਲੋਕ ਅਸੀਂ ਕਿਸਾਨ ਜਿਹੜੇ ਹੈਗੇ ਬਿਨਾਂ ਬਿਜਲੀ ਤੋਂ ਰਹਿ ਲੈਣਗੇ, ਪਰੰਤੂ ਸ਼ਹਿਰਾਂ ਦੇ ਲੋਕ ਆ ਜਿਹੜੇ ਲੋਕ ਨਿਰਭਰ ਨੇ ਬਿਜਲੀ ਦੇ ਉੱਤੇ, ਹਸਪਤਾਲ ਆ ਜਾਂ ਹੋਰ ਐਮਰਜੈਂਸੀ ਸੇਵਾਵਾਂ ਹੈ, ਉਹ ਬਿਜਲੀ 'ਤੇ ਨਿਰਭਰ ਆ। ਉਹ ਕੀ ਫਿਰ ਕਿਵੇਂ ਹੋਊਗਾ ਅਗਰ ਬਲੈਕ ਆਊਟ ਹੋ ਜਾਂਦਾ? ਕਿਸਾਨ ਤਾਂ ਸਾਰ ਲੈਣਗੇ, ਪਿੰਡਾਂ ਦੇ ਸਾਰ ਲੈਣਗੇ, ਸ਼ਹਿਰਾਂ ਦੇ ਲੋਕ ਕੀ ਕਰਨਗੇ ਫਿਰ?
ਹੁਣ ਸ਼ਹਿਰਾਂ ਦੇ ਲੋਕਾਂ ਨੂੰ ਵੀ ਚਾਹੀਦਾ, ਕਿਉਂਕਿ ਇਹ ਇਕੱਲੇ ਕਿਸਾਨਾਂ ਦੀ ਸਮੱਸਿਆ ਨਹੀਂ ਜੀ, ਇਹ ਸਾਰੇ ਵਰਗਾਂ ਦੇ ਲੋਕਾਂ ਦੀ ਸਮੱਸਿਆ ਹੈ। ਕਿਉਂਕਿ ਜੇ ਕਿਸਾਨ ਦੁਖੀ ਹੈ ਤਾਂ ਇਸ ਨਾਲ ਸਾਰਾ ਜੋ ਰਹਿਣ ਸਹਿਣ ਹੈ ਪ੍ਰਭਾਵਿਤ ਹੋਏਗਾ, ਕਿਉਂਕਿ ਪੰਜਾਬ ਦਾ ਜ਼ਿਆਦਾਤਰ ਖਿੱਤਾ ਹੈ ਇਹ ਖੇਤੀਬਾੜੀ 'ਤੇ ਹੀ ਨਿਰਭਰ ਕਰਦਾ ਹੈ। ਅਗਰ ਖੇਤੀਬਾੜੀ ਨਾ ਰਹੀ ਤਾਂ ਇਹ ਬਾਕੀ ਦਾ ਜੋ ਵਪਾਰ ਹੈ ਉਸ 'ਤੇ ਵੀ ਬਹੁਤ ਵੱਡਾ ਪ੍ਰਭਾਵ ਪਵੇਗਾ। ਇਹ ਲੋਕਾਂ ਨੇ ਵੀ ਸੋਚਣਾ ਚਾਹੀਦਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਕੇ ਵੱਧ ਤੋਂ ਵੱਧ ਸਾਥ ਦਈਏ ਇਹਨਾਂ ਦਾ। ਹੁਣ ਆਖਿਰ ਦੇ ਵਿੱਚ ਗੱਲ ਕਰਦੇ ਹਾਂ ਪ੍ਰਧਾਨ ਜੀ ਨਾਲ। ਪ੍ਰਧਾਨ ਜੀ, ਲਾਸਟ ਵਿੱਚ ਜਿਹੜਾ ਹੁਣ ਰੇਲਵੇ ਵੱਲੋਂ ਕਿਹਾ ਗਿਆ ਕਿ ਕਿਸਾਨ ਇੱਕ ਤਾਂ ਖਾਲੀ ਕਰ ਦੇਣ ਰੇਲਵੇ ਦੇ ਜਿਹੜੀ ਹੈਗੀ ਪਾਰਕਿੰਗ, ਬਾਹਰ ਚਲੇ ਜਾਣ, ਤੇ ਦੂਜਾ ਅਸੀਂ ਟ੍ਰੇਨਾਂ ਦੋਨੋਂ ਚਲਾਉਣੀਆਂ। ਇਸ ਨੂੰ ਲੈ ਕੇ ਹੁਣ ਕੀ ਜਿਹੜਾ ਹੈਗਾ ਕਿਸਾਨਾਂ ਦਾ ਆਖਰੀ ਫੈਸਲਾ ਹੈ? ਇਹਦੇ ਜਿਵੇਂ 2 ਵਾਰੀ ਕਿਸਾਨ ਪਿੱਛੇ ਹਟੇ ਆ, ਹੁਣ ਪਿੱਛੇ ਹਟਣਗੇ ਜਾਂ ਕੋਈ ਹੋਰ ਨਵੀਂ ਜਿਹੜੀ ਹੈਗੀ ਰਣਨੀਤੀ ਤਿਆਰ ਕੀਤੀ ਗਈ? ਦੇਖੋ ਜੀ, ਮੇਰਾ ਆਪਣਾ ਨਿੱਜੀ ਸੁਭਾਅ ਤਾਂ ਇਹ ਹੈ ਕਿ ਅਸੀਂ ਪਿੱਛੇ ਨਹੀਂ ਹਟਣਾ, ਸਾਨੂੰ ਗਾਹਾਂ ਵਧਣਾ ਚਾਹੀਦਾ ਹੈ। ਜਿਹੜੀ ਗੱਲ ਇਹ ਤੁਸੀਂ ਕਰੀ ਹੈ ਕਿ ਇਹ ਕਹਿੰਦੇ ਆ ਵੀ ਅਸੀਂ ਨਹੀਂ ਚਲਾਉਣੀਆਂ ਟ੍ਰੇਨਾਂ, ਸਾਨੂੰ ਜ਼ਰੂਰਤ ਹੀ ਨਹੀਂ। ਜੇ ਸਾਨੂੰ DAP ਯੂਰੀਏ ਦੀ ਲੋੜ ਹੈ ਤਾਂ ਜਿਹੜੇ ਉਹ ਫੈਕਟਰੀ ਦੇ ਮਾਲਕ ਹੈ ਜਿਨ੍ਹਾਂ ਨੇ DAP ਯੂਰੀਆ ਬਣਾਇਆ ਉਹਨਾਂ ਨੂੰ ਵੀ ਆਪਣਾ ਵਸਤੂਆਂ ਵੇਚਣ ਦੀ ਜ਼ਰੂਰਤ ਹੈ। ਜਿਹੜੇ ਮੇਰੇ ਵੀਰ ਵਪਾਰੀ ਇੱਥੇ ਕਹਿੰਦੇ ਨੇ ਕਿ ਸਾਡਾ ਮਾਲ ਬਾਹਰੋਂ ਜਾਣਾ ਰੁਕ ਗਿਆ, ਬਥੇਰੇ 2 ਨੰਬਰ 'ਚ ਪੈਸੇ ਬਣਾਏ ਹੋਏ ਹਨ, ਕੋਈ ਗੱਲ ਨਹੀਂ, ਬਹਿ ਕੇ ਖਾ ਲੈਣ ਹਾਲੇ 4-6 ਮਹੀਨੇ, ਕਿੰਨੀ ਕੁ ਦੇਰ ਨਹੀਂ ਇਹ ਮਾਲ ਗੱਡੀਆਂ ਚਲਾਉਣਗੇ। ਸੋ ਮੈਂ ਤਾਂ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਕਿਸਾਨਾਂ ਨਾਲ ਮਿਲ ਕੇ ਚੱਲਣ। ਮੈਂ ਤਾਂ ਪੰਜਾਬੀ ਕੋਈ ਕਾਰਖਾਨੇਦਾਰ ਹੈ, ਦੁਕਾਨਦਾਰ ਹੈ, ਸ਼ਹਿਰੀ ਵੀਰ ਹੈ, ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਭਾਈ ਕਿਸਾਨਾਂ ਨਾਲ ਰਲ ਕੇ ਚੱਲੋ। ਜੇ ਕਿਸਾਨ ਨਾ ਰਿਹਾ, ਜਿਹੜੇ ਤੁਸੀਂ ਗੱਲ ਕਰਦੇ ਹੋ ਹਸਪਤਾਲਾਂ ਦੀ, ਹਸਪਤਾਲਾਂ ਵਾਲੇ ਡਾਕਟਰਾਂ ਨੂੰ ਤਨਖਾਹਾਂ ਹੀ ਨਹੀਂ ਮਿਲਣੀਆਂ, ਜਾਂ ਸਾਡੀ ਮੰਡੀ ਖਤਮ ਹੋ ਜਾਣੀ, ਪੰਜਾਬ ਸਰਕਾਰ ਦੀ ਆਮਦਨ ਖਤਮ ਹੋ ਜਾਣੀ ਆ, ਫਿਰ ਇੱਥੇ ਕਿਹੜੇ ਅਸੀਂ ਡਾਕਟਰੀ ਇਲਾਜ ਕਰਾਉਣੇ ਆ। ਇਸ ਤੋਂ ਇਲਾਵਾ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਤਾਂ ਪਾਣੀ ਦੇ ਪ੍ਰਦੂਸ਼ਣ ਨਾਲ ਮਰ ਰਿਹਾ, ਸਾਨੂੰ ਕੈਂਸਰ ਹੋ ਰਿਹਾ। ਸਾਡੇ ਪੰਜਾਬ 'ਚ ਇਲਾਜ ਪਹਿਲਾਂ ਹੀ ਨਹੀਂ ਹੋ ਰਹੇ। ਪਹਿਲਾਂ ਕਰੋਨਾ ਕਹਿ ਕੇ ਮਾਰਤੇ ਇਹਨਾਂ ਨੇ, ਕਰੋਨਾ ਹੈ ਹੀ ਨਹੀਂ ਸੀ ਕਿਸੇ ਨੂੰ। ਜਿਹੜਾ ਕਰੋਨਾ ਸੀ ਹੁਣ ਵੱਧਦਾ ਜਾਂ ਕਿਸਾਨਾਂ ਨਾਲ ਧਰਨੇ ਪਰ ਬੈਠੇ ਆ ਕਿਸਾਨ, ਕਿਹੜਾ ਕਰੋਨਾ ਵਧਿਆ? ਇਹ ਤਾਂ ਸਾਨੂੰ ਕਰੋਨੇ ਦਾ ਦਾਬਾ ਦੇ ਕੇ ਸਾਡੇ ਮੇਰਾ ਖਿਆਲ ਹੈ ਕਈ ਲੱਖ ਬੰਦਾ ਮਾਰਤਾ ਇਹਨਾਂ ਨੇ। ਇਹ ਬਿਲਕੁਲ ਇਹਨਾਂ ਦੇ ਡਰਾਮੇ ਆ। ਬਾਕੀ ਇਹਨਾਂ ਦੇ ਡਰਾਮਿਆਂ 'ਚ ਅਸੀਂ ਨਹੀਂ ਆਉਂਗੇ, ਬਿਲਕੁਲ ਅਸੀਂ ਪਿੱਛੇ ਨਹੀਂ ਹਟੂਗੇ। ਮੈਂ ਤਾਂ ਕਹਿੰਦਾ ਵੀ ਸਾਡੀ ਹਾਈ ਕਮਾਂਡ ਫੈਸਲਾ ਕਰੇ ਵੀ ਦੁਬਾਰਾ ਅਸੀਂ ਉੱਥੇ ਜਿਉਂਦੀ ਤਿਉਂ ਸਥਿਤੀ ਪਰ ਆ ਜਾਈਏ ਜਿੱਥੇ ਅਸੀਂ ਸ਼ੁਰੂ ਕਰੀ ਸੀ। ਸੋ ਬਿਲਕੁਲ ਇਹ ਉਹਨਾਂ ਦਾ ਭੁਲੇਖਾ ਨਾ ਰਹੇ, ਅਸੀਂ ਉਹਨਾਂ ਦੇ ਦਬਾਅ 'ਚ ਨਹੀਂ ਆਉਂਗੇ, ਅਸੀਂ ਬਿਲਕੁਲ ਇਹ ਧਰਨੇ ਨਹੀਂ ਚੱਕੂਗੇ, ਔਰ ਸਾਡਾ ਜਿਹੜਾ ਸੰਘਰਸ਼ ਆ ਜਾਰੀ ਹੋਊਗਾ। ਕਰੋ ਔਰ ਮਰੋ ਨਹੀਂ ਤੇ ਚੱਲਾਂਗੇ ਅਸੀਂ। ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਕਿਸਾਨਾਂ ਨੇ ਜਿਨ੍ਹਾਂ ਲੋਕਾਂ ਨੂੰ, ਲੀਡਰਾਂ ਨੂੰ ਚੁਣ ਕੇ ਵਿਧਾਨ ਸਭਾ 'ਚ ਭੇਜਿਆ, ਲੋਕ ਸਭਾ ਦੇ ਵਿੱਚ ਭੇਜਿਆ, ਕੀ ਮੰਨਦੇ ਹੋ ਅੱਜ ਜਿਹੜਾ ਹੈਗਾ ਕਿਸਾਨੀ ਸੰਘਰਸ਼ ਨੂੰ ਲੈ ਕੇ ਕੀ ਰੋਲ ਆ ਉਹਨਾਂ ਸਿਆਸੀ ਪਾਰਟੀਆਂ ਦਾ, ਰਵਾਇਤੀ ਸਿਆਸੀ ਪਾਰਟੀਆਂ ਜਿਹੜੀਆਂ ਪੰਜਾਬ ਦੀਆਂ, ਕੀ ਰੋਲ ਆ ਕਿਸਾਨਾਂ ਦੇ ਹੱਕ ਦੇ ਵਿੱਚ, ਕਿੰਨਾ ਕੁ ਜਿਹੜਾ ਹੈਗਾ ਖੜੀਆਂ ਅੱਜ ਤੱਕ, ਕੀ ਰੋਲ ਰਿਹਾ ਉਹਨਾਂ ਦਾ? ਜਿਹੜਾ ਪੰਜਾਬ ਦੀਆਂ ਰਾਜਸੀ ਪਾਰਟੀਆਂ, ਚਾਹੇ ਉਹ ਕਾਂਗਰਸ ਹੈ ਚਾਹੇ ਅਕਾਲੀ ਦਲ ਹੈ, ਉਹਨਾਂ ਦਾ ਜਿਹੜਾ ਹੁਣ ਤੱਕ ਰੋਲ ਰਿਹਾ, ਜਿਨ੍ਹਾਂ ਨੇ ਰਾਜ ਕਰਿਆ ਪੰਜਾਬ ਪਰ, ਬਿਲਕੁਲ ਨਾਵਾਜਕ ਹੈ, ਨੈਗੇਟਿਵ ਹੈ। ਬਿਲਕੁਲ ਸਾਡੇ ਉਹ ਸ਼ਰੀਕ ਬਣੇ ਹੋਏ ਆ। ਜਦੋਂ ਅਸੀਂ ਪਹਿਲਾਂ 2 ਵਾਰ ਸੰਘਰਸ਼ ਸ਼ੁਰੂ ਕਰਿਆ, ਸਾਡੇ ਬਰਾਬਰ ਸੰਘਰਸ਼ ਕਰੇ ਆ, ਚਾਹੇ ਕਾਂਗਰਸ ਦੀ ਉਹ ਚਾਹੇ ਅਕਾਲੀ ਸੀ। ਜਦੋਂ ਅਸੀਂ ਤੀਜਾ ਸੰਘਰਸ਼ ਸ਼ੁਰੂ ਕਰਿਆ, ਸਾਡੇ ਸੁਖਬੀਰ ਸਿੰਘ ਬਾਦਲ ਸਾਡੇ ਕਿਸਾਨਾਂ ਦੇ ਬਹੁਤ ਵੱਡੇ ਹਮਾਇਤੀ, ਸਾਡੇ ਕਿਸਾਨਾਂ ਦੇ ਬਹੁਤ ਵੱਡੇ ਰਹਿਬਰਾ, ਆਪਣੇ ਆਪ ਨੂੰ ਕਹਾਉਣ ਵਾਲੇ, ਉਹਨਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਸਾਡੇ ਰੂੜੀਆਂ 'ਤੇ ਫਿਰ ਸੁਟਵਾਏ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਕਤਲ ਕਰਾਏ। ਉਸ ਵੱਡੇ ਸ਼ਖਸ ਨੇ ਸਾਡੇ ਉਸ ਗੁਰੂ ਮਹਾਰਾਜ ਦੇ ਤਖਤ ਤੋਂ ਸਾਡੇ ਖਿਲਾਫ ਇੱਕ ਮਾਰਚ ਸ਼ੁਰੂ ਕਰਤੇ, ਸਾਡੀ ਇਸ ਸ਼ਕਤੀ ਨੂੰ ਵੰਡਣ ਵਾਸਤੇ। ਹਾਸੋਹੀਣੀਆਂ ਗੱਲਾਂ ਕਰਦਾ, ਕਹਿੰਦਾ ਮਿਲਿਆ ਹੋਇਆ ਕੈਪਟਨ ਕੇਂਦਰ ਨਾਲ। ਉਹ ਕੰਜਰਾ, ਤੂੰ, ਤੇਰਾ ਬਾਪ ਮਰਨ ਦੇ ਕਿਨਾਰੇ ਪਹੁੰਚ ਗਿਆ, ਕੇਂਦਰ ਨਾਲ ਮਿਲਿਆ ਹੋਇਆ। ਤੂੰ ਬੁੜਾ ਹੋ ਚੱਲਿਆ, ਤੂੰ ਵੀ ਕੇਂਦਰ ਨਾਲ ਮਿਲਿਆ ਹੋਇਆ। ਤੂੰ ਕਿਹੜੀਆਂ ਗੱਲਾਂ ਕਰਦਾ? ਛੱਜ ਤਾਂ ਬੋਲੇ, ਛਲ ਨਹੀਂ ਗਿਆ ਬੋਲੇ, ਜਿਹਦੇ 'ਚ 3600 ਬੇ ਹੈ। ਉਹ ਤੂੰ ਦੱਸ ਪਹਿਲਾਂ ਕਿਸਾਨਾਂ ਦਾ ਕਿਆ ਕਰਿਆ? ਤੂੰ ਤਾਂ ਸ਼ਰੀਕ ਬਣਿਆ ਹੋਇਆ। ਤੂੰ ਪੰਜਾਬ ਸਰਕਾਰ ਨੂੰ ਕਿਵੇਂ ਕਹਿੰਦਾ ਵੀ ਇਹ ਮਿਲੀ ਹੋਈ ਕੇਂਦਰ ਨਾਲ? ਕੇਂਦਰ ਨਾਲ ਤਾਂ ਤੂੰ ਵੀ ਮਿਲਿਆ ਹੋਇਆ, ਪੰਜਾਬ ਵੀ ਮਿਲੀ ਹੋਇਆ, ਪਰ ਜਿਹੜਾ ਇਹਨਾਂ ਦਾ ਸਾਡੇ ਵਾਸਤੇ ਰਵੱਈਆ ਦੋਹਾਂ ਸਰਕਾਰਾਂ ਦਾ ਬਿਲਕੁਲ ਨੈਗੇਟਿਵ ਹੈ। ਠੀਕ ਹੈ, ਇਹ ਆਪਣੀ ਹੋਂਦ ਬਚਾਉਣ ਵਾਸਤੇ 2022 ਦੀਆਂ ਵੋਟਾਂ ਨੂੰ ਸਾਹਮਣੇ ਰੱਖ ਕੇ ਜ਼ਰੂਰ ਮਾੜਾ ਮੋਟਾ ਥੋੜ੍ਹਾ ਬਹੁਤਾ ਕੈਪਟਨ ਸਾਹਿਬ ਸਾਡੇ ਕਰ ਰਹੇ ਆ, ਸਾਡੇ ਹੱਕ 'ਚ ਮਾੜਾ ਮੋਟਾ ਦਿਖਾਵੇ ਜੇ ਕਰ ਰਹੇ ਆ ਇਹ ਵੀ, ਪਰ ਅਸਲ ਵਿੱਚ ਇਹ ਅੰਦਰੋਂ ਆਪਣੀਆਂ 2022 ਦੀਆਂ ਵੋਟਾਂ ਪੱਕੀਆਂ ਕਰ ਰਹੇ ਆ ਜੀ। ਮੰਨ ਲਓ ਇਹ ਜਿਹੜਾ ਮੁੱਦਾ ਕਿਸਾਨਾਂ ਦਾ 1 ਜਾਂ 2 ਮਹੀਨੇ ਤੱਕ ਨਿਬੜ ਜਾਂਦਾ, ਜਿਹੜਾ ਚੋਣਾਂ ਨੂੰ ਹਲੇ ਕਰੀਬ 1.5 ਸਾਲ ਪਿਆ ਹੈ 22 ਦੀਆਂ ਨੂੰ, ਕਿ 22 ਦੀਆਂ ਚੋਣਾਂ ਦੇ ਵਿੱਚ ਕਿਸਾਨ ਜਿਹੜੇ ਹੈਗੇ ਆ ਇਸ ਮੁੱਦੇ ਨੂੰ ਯਾਦ ਰੱਖਣਗੇ, ਕਿਹੜੀ ਪਾਰਟੀ ਨਾਲ ਖੜੀ ਕਿਹੜੀ ਨਹੀਂ, ਇਸ ਮੁੱਦੇ ਨੂੰ ਲੈ ਕੇ ਜਿਹੜੀ ਹੈਗੀ ਚੋਣਾਂ ਦੇ ਵਿੱਚ VOTING ਹੋਊਗੀ?
ਇੱਕ ਇਸ ਮੁੱਦੇ ਨੂੰ ਨਹੀਂ ਅਸੀਂ ਯਾਦ ਰੱਖਣਾ, ਅਸੀਂ ਤਾਂ ਬਰਗਾੜੀ ਕਾਂਡ ਵੀ ਯਾਦ ਰੱਖਣਾ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਯਾਦ ਰੱਖਣੀ ਹੈ, ਅਸੀਂ ਰਾਮ ਰਹੀਮ ਨੂੰ ਦਿੱਤੀ ਹੋਈ ਵਰਦੀ ਵੀ ਯਾਦ ਰੱਖਣੀ ਹੈ, ਅਸੀਂ ਰਾਮ ਰਹੀਮ ਦੀ ਫਿਲਮ ਵਾਸਤੇ 90 ਲੱਖ ਰੁਪਇਆ ਸਾਡਾ 10-10 ਰੁਪਏ ਦਾਨ ਕਰੇ ਹੋਏ ਗੋਲਕਾਂ 'ਚ ਪਾਏ ਹੋਏ ਖਰਚ ਕੀਤੇ ਉਹ ਵੀ ਯਾਦ ਰੱਖਣੇ ਆ। ਅਸੀਂ ਇਹ ਵੀ ਯਾਦ ਰੱਖਣਾ ਕਿ ਸੁਖਬੀਰ ਬਾਦਲ ਸਾਡਾ ਸ਼ਰੀਕ ਬਣਿਆ ਤਾਂ ਸਾਡੇ ਬਰਾਬਰ ਉਹਨਾਂ ਡਰਾਮੇ ਕਰੇ ਸੀ, ਰੋਕਾਂ ਲਾਈਆਂ ਸੀ ਸਾਡੇ ਇਹਨੂੰ ਤਾਰਪੀਡੋ ਕਰਨ ਵਾਸਤੇ। ਅਸੀਂ ਇਹ ਵੀ ਯਾਦ ਰੱਖਣਾ ਕਿ ਇਸ ਜਿਹੜਾ ਕਾਲਾ ਕਾਨੂੰਨ ਸਾਡੇ ਖਿਲਾਫ ਆਇਆ ਉਹਦੀ ਇੱਕ ਵਾਰ ਮਦਦ ਕੀਤੀ ਗਈ ਹੈ ਸਾਰੀਆਂ ਪਾਰਟੀਆਂ ਵੱਲੋਂ, ਚਾਹੇ ਉਹ ਕਾਂਗਰਸ ਹੈ ਚਾਹੇ ਅਕਾਲੀ ਦਲ ਹੈ। ਅਸੀਂ ਇਹ ਵੀ ਯਾਦ ਰੱਖਣਾ ਹੈ ਕਿ 72 ਸਾਲ ਸਾਡੇ ਰਾਹੀਂ ਰਾਜ ਗੱਦੀ ਪਰ ਬੈਠ ਕੇ ਇਹਨਾਂ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ, ਸਾਨੂੰ ਉਜਾੜਿਆ, ਸਾਨੂੰ ਲੁੱਟਿਆ, ਸਾਨੂੰ ਖਾਧਾ। ਆ ਹੁਣ ਦੇਖ ਲਓ, ਪਹਿਲਾਂ ਤਾਂ ਮਾਈਨਿੰਗ ਵਿੱਚ ਸੁਖਬੀਰ ਬਾਦਲ ਲੁੱਟੀ ਗਿਆ ਸਾਨੂੰ, ਹੁਣ ਕੈਪਟਨ ਸਾਹਿਬ ਦੇ ਮੰਤਰੀ ਇਹ ਸਾਰੀ ਸਰਕਾਰ ਇਹ ਲੁੱਟ ਰਹੀ ਹੈ। ਇਹ ਦੋਹੇ ਇੱਕੋ ਥਾਲੀ ਦੇ ਚੱਟੇ ਬੱਟੇ ਆ। ਪਹਿਲਾਂ 40% ਪਤਾ ਲੱਗਿਆ ਕੈਪਟਨ ਸਾਹਿਬ ਨੂੰ ਜਾਂਦਾ ਸੀ ਮਾਫੀਏ 'ਚੋਂ, ਚਾਹੇ ਉਹ ਲੈਂਡ ਸੀ ਚਾਹੇ ਉਹ ਸੈਂਡ ਸੀ ਚਾਹੇ ਉਹ ਸ਼ਰਾਬ ਸੀ। ਹੁਣ ਕਹਿੰਦੇ ਜੀ 40% ਸੁਖਬੀਰ ਨੂੰ ਜਾਂਦਾ, ਜੋ ਆਮ ਚਰਚਾ ਪਿੰਡਾਂ ਵਿੱਚ ਸਾਡਿਆਂ 'ਚ। ਹੁਣ 60% ਕੈਪਟਨ ਲੈ ਰਿਹਾ, 40 ਸੁਖਬੀਰ ਰਿਹਾ, ਪਹਿਲਾਂ 60 ਸੁਖਬੀਰ ਲਿਆ ਸੀ 40। ਇਹ ਬਿਲਕੁਲ ਸਾਡੇ ਹੱਕ 'ਚ ਨਹੀਂ, ਇਹ ਬਿਲਕੁਲ ਕਿਸਾਨੀ ਨੂੰ ਖਤਮ ਕਰਨ ਵਰ ਲੱਗੇ ਹੋਏ ਆ, ਆਮ ਵਿਅਕਤੀ ਨੂੰ ਪੰਜਾਬ ਨੂੰ ਖਤਮ ਕਰਨ ਲੱਗੇ। ਕਾਂਗਰਸੀਆਂ ਦਾ ਕਹਿਣਾ ਜਾਂ ਕੈਪਟਨ ਸਾਹਿਬ ਦਾ ਕਹਿਣਾ ਕਿ ਲਗਾਤਾਰ ਉਹ ਤਾਂ ਕਿਸਾਨ ਤੈਸ਼ੀਆ ਕਰਜ਼ੇ ਮਾਫ ਕੀਤੇ ਕਿਸਾਨਾਂ ਦੇ ਆਂਦੀ ਸਾਰ। ਜੇ ਕਿਸਾਨ ਹਤੈਸ਼ੀ ਹੁੰਦੇ ਤਾਂ ਕਿਸਾਨ ਦੀ ਜਿਹੜੀ ਆਰਥਿਕਤਾ ਹੁਣ ਤੱਕ ਡਾਮਾਡੋਲ ਹੋਈ ਆ। ਕਿਸਾਨ ਇੱਕ ਮੰਗਤਾ ਬਣਿਆ ਹੋਇਆ, ਭਿਖਾਰੀ ਬਣਿਆ ਹੋਇਆ, ਕਸਿਆਰਾ ਬਣਿਆ ਹੋਇਆ। ਜੇ ਕਿਸਾਨ ਹਤੈਸ਼ੀ ਹੁੰਦੀਆਂ ਦੋਨੋਂ ਪਾਰਟੀਆਂ ਤਾਂ ਕਿਸਾਨ ਦੀ ਇਹ ਹਾਲਤ ਨਾ ਹੁੰਦੀ। ਅੱਜ ਕਿਸਾਨ ਧਰਨਿਆਂ ਦਿੰਦੇ ਹੁੰਦੇ। ਇਹਨਾਂ ਦੇ ਤਾਂ ਮਹਿਲ ਬਣ ਰਹੇ ਆ, ਇਹਨਾਂ ਦੇ ਅਰਬਾਂ ਖਰਬਾਂ ਦੇ ਰੁਪਈਏ ਪੈਸੇ ਜਮ੍ਹਾਂ ਹੋ ਰਹੇ ਆ ਖਾਤਿਆਂ 'ਚ, ਇਹਨਾਂ ਦੇ ਕੁਆਂਟਲ ਹਿਸਾਬ ਨਾਲ ਸੋਨਾ ਪਿਆ ਘਰ। ਇਹਨਾਂ ਦੇ ਹੁਣ ਵੀ ਇਹਨਾਂ ਦੇ ਦੋਸਤਾਂ ਵਾਸਤੇ ਫਾਰਮ ਬਣ ਰਹੇ ਇਹਨਾਂ ਦੇ। ਸੁਖਬੀਰ ਬਾਦਲ ਬਾਹਰਲੇ ਦੇਸ਼ਾਂ 'ਚ ਫਾਰਮ ਬਣਾ ਰਿਹਾ ਆਪਣੇ। ਜਿਹੜਾ ਕਿਸਾਨ ਹੈ 10 ਕਿੱਲਿਆਂ ਵਾਲਾ 5 ਪਰ ਆ ਗਿਆ, 5 ਵਾਲਾ 2.5 ਪਰ ਆ ਗਿਆ, 2.5 ਵਾਲਾ 1 ਪਰ ਆ ਗਿਆ। ਜੇ ਕਿਸਾਨ ਹਤੈਸ਼ੀ ਤੇ ਤਾਂ ਕਿਸਾਨਾਂ ਦੀ ਆਮਦਨ ਕਿਉਂ ਨਹੀਂ ਵਧੀ? ਜਿਹੜਾ ਪੰਜਾਬ ਦਾ ਖਜ਼ਾਨਾ ਉਹ ਖਤਮ ਹੋ ਰਿਹਾ, ਇਹਨਾਂ ਦੇ ਖਜ਼ਾਨੇ ਉਛਲ ਰਹੇ ਆ। ਜੇ ਇਹ ਕਿਸਾਨ ਹਤੈਸ਼ੀ ਤੇ ਤਾਂ ਕਿਸਾਨਾਂ ਦੇ ਖਜ਼ਾਨੇ ਕਿਉਂ ਨਹੀਂ ਭਰੇ? ਬਿਲਕੁਲ ਝੂਠ ਬੋਲਦੇ ਆ, ਬਿਲਕੁਲ ਇਹ ਹਰਾਮਜ਼ਾਦੀ ਕਰਦੇ ਆ, ਬਿਲਕੁਲ ਇਹ ਝੂਠ ਬੋਲਦੇ ਆ। ਆਪਣੀਆਂ ਪੈਨਸ਼ਨਾਂ 4-4 5-5 ਜਿਹੜੀਆਂ ਸਾਡੀਆਂ ਬੁਢਾਪਾ ਪੈਨਸ਼ਨਾਂ ਉਹ 750 ਵੀ ਘਟਾਉਣ ਲੱਗੇ ਹੋਏ ਆ। ਸੋ ਬਿਲਕੁਲ ਇਹਨਾਂ ਦੇ ਡਰਾਮੇ ਆ। ਕੋਈ ਇਹ ਕਿਸਾਨ ਹਤੈਸ਼ੀ ਨਹੀਂ, ਕੋਈ ਇਹ ਪੰਜਾਬ ਹਤੈਸ਼ੀ ਨਹੀਂ, ਕੋਈ ਇਹ ਪੰਜਾਬੀ ਹਤੈਸ਼ੀ ਨਹੀਂ। ਇਹ ਤਾਂ ਪੰਜਾਬ ਨੂੰ ਵੇਚ ਗਿਆ ਬਾਦਲ ਪਰਿਵਾਰ, ਸੈਂਟਰ ਨੂੰ ਵੇਚ ਗਿਆ ਇਹ ਭਾਜਪਾ ਸਰਕਾਰ। ਇਹ ਤਾਂ ਹਿੰਦੁਸਤਾਨ ਭਾਰਤ ਨੂੰ ਖਤਮ ਕਰਨ ਵੱਲ ਲੱਗੇ ਹੋਏ ਆ, ਆਪਣੇ ਢਿੱਡ ਭਰਨ ਲੱਗੇ ਆ। ਬਾਹਰਿਆਂ ਦਾ ਪ੍ਰਾਪਰਟੀਆਂ, ਬਾਹਰਿਆਂ ਦੇ ਪੈਸੇ ਆ, ਕੋਈ ਸਰਕਾਰ ਪੰਜਾਬ ਹਤੈਸ਼ੀ ਨਹੀਂ ਹੈਗੀ। ਬਿਲਕੁਲ ਜੀ, ਕਿਸਾਨ ਜਿਹੜੇ ਹੈਗੇ ਮਾਯੂਸ ਹੋ ਚੁੱਕੇ ਨੇ ਸਿਆਸੀ ਪਾਰਟੀਆਂ ਤੋਂ। ਕੇਂਦਰ ਸਰਕਾਰ ਦੇ ਖਿਲਾਫ ਜਿੱਥੇ ਧਰਨਾ ਚੱਲ ਰਿਹਾ ਉੱਥੇ ਹੀ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਤੋਂ ਵੀ ਕਿਸਾਨ ਕਾਫੀ ਨਿਰਾਸ਼ ਨੇ, ਕਿਉਂਕਿ ਇਹਨਾਂ ਦਾ ਕਹਿਣਾ ਅਗਰ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਹੁੰਦਾ ਤਾਂ ਅੱਜ ਕਿਸਾਨ ਧਰਨਿਆਂ 'ਤੇ ਨਾ ਬੈਠਾ ਹੁੰਦਾ, ਅੱਜ ਕਿਸਾਨ ਰੇਲਵੇ ਟਰੈਕਾਂ 'ਤੇ ਨਾ ਰੁਲਦਾ। ਕਿਤੇ ਨਾ ਕਿਤੇ ਕਿਸਾਨਾਂ ਦਾ ਜਿਹੜਾ ਵੱਡਾ ਜਿਹੜਾ ਹੈਗਾ ਰੋਸਾ ਹੈ ਸਿਆਸੀ ਪਾਰਟੀਆਂ ਦੇ, ਪੰਜਾਬ ਦੀਆਂ ਜੋ ਰਵਾਇਤੀ ਪਾਰਟੀਆਂ। ਉੱਥੇ ਹੀ ਕਿਸਾਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਜੋ ਮਰਜ਼ੀ ਆਪਣੇ ਹੱਥ ਕੰਡੇ ਅਪਣਾ ਲਵੇ, ਪਰੰਤੂ ਜਦੋਂ ਤੱਕ ਕਿਸਾਨ ਆਪਣੇ ਹੱਕਾਂ ਦੀ ਲੜਾਈ ਉਦੋਂ ਤੱਕ ਨਹੀਂ ਛੱਡਣਗੇ ਜਦੋਂ ਤੱਕ ਕਿਸਾਨਾਂ ਦੇ ਉੱਤੇ ਜੋ ਲਾਗੂ ਕੀਤਾ ਗਿਆ ਕਾਲਾ ਕਾਨੂੰਨ, ਜੋ ਖੇਤੀ ਦੇ ਕਾਨੂੰਨ ਬਣਾਏ ਗਏ ਨੇ ਉਹਨਾਂ ਨੂੰ ਰੱਦ ਨਹੀਂ ਕਰਦੀ। ਕਿਸਾਨਾਂ ਦਾ ਕਹਿਣਾ ਕਿ 26-27 ਨੂੰ ਕਿਸਾਨ ਪੂਰੀ ਡਟ ਕੇ ਜਿਹੜਾ ਦਿੱਲੀ ਦੇ ਖਿਲਾਫ ਜਿਹੜਾ ਹੈਗਾ ਹੱਲਾ ਬੋਲਣਗੇ। ਇਸ ਦੇ ਲਈ ਭਾਵੇਂ ਕੇਂਦਰ ਸਰਕਾਰ ਜੋ ਮਰਜ਼ੀ ਹੱਥ ਕੰਡੇ ਅਪਣਾ ਲੇ, ਕਿਸਾਨ ਡਰਨ ਵਾਲੇ ਨਹੀਂ ਆ। ਰੂਪਨਗਰ ਤੋਂ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।